नानकसर संप्रदा तो अंदाजन शायद एक दर्जन सिंह आए होने साडे कोल वीडियो मौजूद है। हालांकि रोक रहे सी वीडियो ना बनाओ, पर वीडियो दे विच भी वो ये गल कहंदे नज़र आ रहे ने कि साडे तो गलती हो गई। अज तुसीं थाणे आए हो, हुण की गल रह गई? ਪਹਿਲਾਂ ਤਾਂ ਮੈਨੂੰ ਇਹਨਾਂ ਦੀ ਗੱਲ ਤੇ ਹਾਸਾ ਆਉਂਦਾ ਵਾ ਵੀ ਇੱਕ ਵੀਡੀਓ ਵਾਇਰਲ ਕੀਤੀ ਆ, ਇਹ ਸਾਰੇ ਜਣੇ ਵਿੱਚ ਬੈਠੇ ਆ, ਸੰਗਤਾਂ ਦੇ ਸਾਹਮਣੇ ਆਈ ਆ ਉਹ ਵੀਡੀਓ ਜਿਹਦੇ ਵਿੱਚ ਬਾਬਾ ਕਾਲਾ ਸਿੰਘ ਵੀ ਸ਼ਾਇਦ ਬੈਠੇ ਆ। ਉਹਦੇ ਵਿੱਚ ਇਹ ਮਾਫੀ ਮੰਗ ਰਹੇ ਆ, ਗਲਤੀ ਅਹਿਸਾਸ ਕਰ ਰਹੇ ਆ। ਅਸੀਂ ਉਹਨਾਂ ਨੂੰ ਇਹ ਕਿਹਾ ਕਿ ਇੱਕ ਤਾਂ ਸਾਡੀਆਂ ਦੋ ਸ਼ਰਤਾਂ ਹੈ, ਇੱਕ ਤੇ ਬੰਦ ਕਮਰੇ ਦੀ ਮੀਟਿੰਗ ਸਾਡੀ ਨਹੀਂ ਹੋਊਗੀ, ਸਾਡੀ ਜਿਹੜੀ ਮੀਟਿੰਗ ਆ ਉਹ ਗੁਰੂ ਘਰ ਦੇ ਵਿੱਚ ਹੋਊਗੀ, ਤੇ ਦੂਜਾ ਜਿਹੜਾ ਉਹ ਮੀਡੀਆ ਦੇ ਸਾਹਮਣੇ ਹੋਊਗੀ। ਇਹਦੇ ਵਿੱਚ ਜਿਹੜੇ ਜ਼ਿੰਮੇਵਾਰ ਆ ਜਿਨ੍ਹਾਂ ਨੇ ਕੁਤਾਹੀ ਕੀਤੀ ਆ, ਸ੍ਰੀ ਅਕਾਲ ਤਖਤ ਸਾਹਿਬ ਪੰਜਾਂ ਪਿਆਰਿਆਂ ਦੇ ਪੇਸ਼ ਹੋ ਗਏ, ਪਰ ਉਹਨਾਂ ਨਾਲ ਜਦੋਂ ਇਹ ਗੱਲਬਾਤ ਕੀਤੀ ਜਿਹੜੇ ਤਾਂ ਉਹਨਾਂ ਦੇ ਜਥੇਦਾਰ ਆਏ ਸੀਗੇ ਉਹਦੇ ਸਾਰੇ ਪ੍ਰਵਾਨ ਕਰ ਗਏ ਇਹ ਗੱਲਾਂ ਵੀ ਬਿਲਕੁਲ ਤੁਹਾਡੀਆਂ ਜਾਇਜ਼ ਗੱਲਾਂ ਵਾ, ਇਹ 'ਚ ਕਿਸੇ ਨੂੰ ਨੀਵਾਂ ਵਿਖਾਉਣ ਵਾਲੀ ਕੋਈ ਗੱਲ ਨਹੀਂ। ਅਸੀਂ ਜਾ ਕੇ ਹੁਣ ਉਹਨਾਂ ਨੂੰ ਡੇਰੇ ਤੋਂ ਮੁਖੀ ਸਿੰਘ ਜਿਹੜੇ ਆ ਉਹਨਾਂ ਨੂੰ ਲੈ ਕੇ ਆਉਣੇ ਆ। ਜਦੋਂ ਉਹ ਲੈਣ ਗਏ ਆ ਤੇ ਨਾ ਤੇ ਬਾਬਾ ਕਾਲਾ ਸਿੰਘ ਆਇਆ ਤੇ ਨਾ ਬਾਬਾ ਲੱਖਾ ਸਿੰਘ ਆਇਆ। ਆ ਕੀ ਵੇਖਿਓ ਮੜਿਆ ਆਇਓ ਆ ਥੋੜੀ ਗੱਲ ਹੁੰਦੀ ਕੋਈ ਪਹਿਲਾਂ ਦੇ ਨਹੀਂ ਗਏ, ਪਹਿਲਾਂ ਦੇ ਨਹੀਂ ਮਹਾਰਾਜ ਦਾ ਸਰੂਪ ਹੈ ਨਾ ਬਰਾਹਿਮਾਨ ਹੈ ਨਾ। ਉਹ ਸਾਨੂੰ ਕਦੀ ਕਹੀ ਜਾਂਦੇ ਡੇਰੇ ਆ ਜਾਓ, ਕਦੀ ਕਹੀ ਜਾਂਦੇ ਆ ਕਮਰੇ 'ਚ ਬਹਿ ਜਾਓ। ਉਹ ਗੱਲਾਂ ਕਿਉਂਕਿ ਇਹ ਸਿੱਖ ਪੰਥ ਦਾ ਮਸਲਾ ਵਾ, ਸਾਡਾ ਆਪਣਾ ਨਿੱਜੀ ਨਹੀਂ। ਦੁੱਖ ਦੀ ਗੱਲ ਇਹ ਆ ਕਿ ਜਥੇਦਾਰ ਜਿਹੜਾ ਵਾ ਅਕਾਲੀ ਦਲ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਅਜੇ ਤੱਕ ਬੋਲਿਆ ਹੀ ਨਹੀਂ। ਐਡੀ ਵੱਡੀ ਕੁਤਾਹੀ ਨਾਨਕਸਰ ਤੋਂ ਗਈ, ਸਾਨੂੰ ਹੀ ਗਲਤ ਕਹਿ ਦਿੰਦਾ। ਜੇ ਅਕਾਲੀ ਦਲ ਦਾ ਗਿਆਨੀ ਹਰਪ੍ਰੀਤ ਸਿੰਘ ਨਹੀਂ ਬੋਲੇ ਤੇ ਸਰਬੱਤ ਖਾਲਸੇ ਵਾਲੇ ਕਿਹੜਾ ਬੋਲੇ? ਜੇ ਇਹਨਾਂ ਤੋਂ ਕਿਤੇ ਅਣਜਾਣੇ ਅਣਜਾਣੇ 'ਚ ਗਲਤੀ ਹੋਈ ਹੁੰਦੀ ਤੇ ਇਹ ਚੁੱਪ ਕਰਕੇ ਆ ਜਾਂਦੇ। ਇਹ ਇਹਨਾਂ ਦਾ ਧੰਦਾ ਵਾ, ਇਹ ਸੰਗਤ ਦੇ ਸਾਹਮਣੇ ਪੇਸ਼ ਹੋ ਜਾਂਦੇ। ਇਹਨਾਂ ਦੀ ਧੌਣ ਦੇ ਵਿੱਚ ਹੋਮੇ ਦਾ ਕਿਲਾ ਗੱਡਿਆ ਹੋਇਆ ਵਾ। ਗੁਰੂ ਸਾਹਿਬ ਦਾ ਸਰੂਪ ਸ੍ਰੀ ਦਰਬਾਰ ਸਾਹਿਬ ਜਦੋਂ ਕੋਠਾ ਸਾਹਿਬ ਤੋਂ ਆਉਂਦਾ ਕਿੰਨੇ ਸਤਿਕਾਰ ਸਹਿਤ ਆਉਂਦਾ। ਜਦੋਂ ਅਸੀਂ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਨੇ ਹੁੰਦੇ ਆ ਜਾਂ ਸਹਿਜ ਪਾਠ ਪ੍ਰਕਾਸ਼ ਕਰਨੇ ਹੁੰਦੇ ਆ, ਅਸੀਂ ਗਲੀਆਂ ਸਾਫ਼ ਕਰਦੇ ਆ। ਗਲੀਆਂ ਸਾਫ਼ ਕਰਕੇ ਉਦੋਂ ਛਿੜਕਾਅ ਪਾਣੀ ਦਾ ਕਰਦੇ ਆ, ਫਿਰ ਅਸੀਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਆਉਂਦੇ ਆ ਤੇ ਬੜੇ ਸਤਿਕਾਰ ਸਹਿਤ ਜਿਹੜਾ ਵੀ ਕੋਈ ਗਲੀ ਦੇ ਵਿੱਚ ਆਉਂਦਾ, ਰਸਤੇ ਦੇ ਵਿੱਚ ਆਉਂਦਾ, ਉਹ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਾ। ਇਹਨਾਂ ਨੇ ਗੁਰੂ ਸਾਹਿਬ ਦੀਆਂ ਧੱਜੀਆਂ ਮਰਾਦਾਂ ਦੀਆਂ ਡਾ ਦਿੱਤੀਆਂ ਤੇ ਹਜੇ ਇਹ ਫਿਰ ਹਜੇ ਵੀ ਆਂਦੇ ਪਏ ਅਸੀਂ ਮਤਲਬ ਸਾਡੇ ਵਰਗੀ ਕੋਈ ਸੇਵਾ ਨਹੀਂ ਕਰ ਸਕਦਾ। ਇਹਨਾਂ ਦੀ ਪਾਜ ਜਿਹੜਾ ਗੁਰੂ ਸਾਹਿਬ ਨੇ ਖੋਲ ਦਿੱਤਾ ਵਾ, ਸਾਹਮਣੇ ਆ ਗਿਆ ਸਾਰਿਆਂ ਦੇ। ਅਸੀਂ ਖੁਦ ਆਪਣੇ ਹੱਥਾਂ ਨਾਲ ਜੋੜੇ ਤਾਂ ਇਹਨਾਂ ਦੀ ਗੱਡੀਆਂ 'ਚ ਬਾਹਰ ਕੱਢ ਕੇ ਅਸੀਂ ਸੁੱਟਦੇ ਸੀ, ਤੇ ਇੱਕ ਡਰਾਈਵਰ ਸੀ ਕਿ ਉਹ ਸਾਡੇ ਨਾਲ ਅੱਗੋਂ ਹੱਥੋਂ ਪਾਈ ਹੁੰਦਾ ਹੈ। ਚਮੜੇ ਦੇ ਜੋੜੇ ਆ ਜੀ, ਉਹਨੇ ਮੁੜ ਕੇ ਜੋੜਾ ਪਾ ਲਿਆ, ਫਿਰ ਗੱਡੀ 'ਚ ਫਿਰ ਡਰਾਈਵ ਕਰਨ ਲੱਗ ਪਿਆ। ਜਿੱਦ ਕਿ ਉਹਨੇ ਬੇਅਦਬੀ ਕੀਤੀ ਜੀ। ਹਾਂਜੀ, ਤੇ ਉੱਪਰੋਂ ਕਹਿਣ ਡਿਆ ਵੀ ਸਾਨੂੰ ਇਹ ਪਰਮਿਸ਼ਨ ਮਿਲੀ ਆ ਵੀ ਅਸੀਂ ਜੋੜਾ ਪਾ ਕੇ ਗੱਡੀ ਚਲਾ ਸਕਦੇ ਹਾਂ। ਆ ਕੀ ਵੇਖਿਓ ਮੜਿਆ ਆਇਓ ਆ ਥੋੜੀ ਗੱਲ ਹੁੰਦੀ ਕੋਈ ਪਹਿਲਾਂ ਦੇ ਨਹੀਂ ਗਏ, ਪਹਿਲਾਂ ਦੇ ਨਹੀਂ ਮਹਾਰਾਜ ਦਾ ਸਰੂਪ ਹੈ ਨਾ ਬਰਾਹਿਮਾਨ ਹੈ ਨਾ। ਉਹ ਕਹਿੰਦਾ ਵੀ ਇਹ ਲਗਜ਼ਰੀ ਗੱਡੀਆਂ ਸਾਡੇ ਤੋਂ ਜੋੜਾ ਪਾਉਣ ਤੋਂ ਬਗੈਰ ਨਹੀਂ ਚੱਲਦੀਆਂ, ਤੇ ਅਸੀਂ ਕਿਹਾ ਤੁਸੀਂ ਗੱਡੀਆਂ ਵੀ ਨਾ ਚਲਾਓ, ਫਿਰ ਅਸੀਂ ਤੁਹਾਨੂੰ ਨੰਗੇ ਪੈਰੀਂ ਗੱਡੀਆਂ ਚਲਾ ਕੇ ਵਿਖਾ ਦਿੰਦੇ। ਗੱਡੀਆਂ ਦੀ ਜ਼ਿੰਮੇਵਾਰੀ ਵੱਡੀ ਹੈ ਕਿ ਮਹਾਰਾਜ ਦਾ ਸਤਿਕਾਰ ਵੱਡਾ? ਪਿਛਲੇ ਦਿਨੀ ਨਾਨਕਸਰ ਸੰਪਰਦਾ ਕਲੇਰਾਂ ਭਾਵ ਨਾਨਕਸਰ ਜਗਰਾਉਂ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿੱਥੇ ਕਿ ਸਤਿਕਾਰ ਕਮੇਟੀ ਦੇ ਸਿੰਘਾਂ ਵੱਲੋਂ ਨਾਨਕਸਰ ਸੰਪਰਦਾ ਦੇ ਸੇਵਾਦਾਰਾਂ ਦੇ ਉੱਤੇ ਇਲਜ਼ਾਮ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਦੇ ਵਿੱਚ ਵੱਡੀ ਕੁਤਾਹੀ, ਵੱਡਾ ਨਿਰਾਦਰ ਕਰ ਰਹੇ ਨੇ। ਇਸ ਗੱਲ ਨੂੰ ਜਿਹੜਾ ਕੁਝ ਸਿੰਘਾਂ ਨੇ ਬੀਤੇ 4 ਦਿਨ ਪਹਿਲਾਂ ਜਿਹੜਾ ਕਿ ਕੌਂਕੇ ਪਿੰਡ ਦੇ ਵਿੱਚ ਇੱਕ ਹੋਈ ਮੀਟਿੰਗ ਦੇ ਵਿੱਚ ਜਿਹੜਾ ਪ੍ਰਵਾਨ ਵੀ ਕੀਤਾ। ਉਸ ਚੀਜ਼ ਦੀ ਵੀਡੀਓ ਜਿਹੜੀ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਉਹਨਾਂ ਨੇ ਮੰਨਿਆ ਕਿ ਸਾਡੇ ਤੋਂ ਗਲਤੀ ਹੋਈ ਹੈ। ਸਾਡੇ ਜਿਹੜੇ ਉਹਨਾਂ ਦੇ ਮੁਖੀ ਮਹਾਂਪੁਰਸ਼ਾਂ ਬਾਬਾ ਕਾਲਾ ਸਿੰਘ, ਬਾਬਾ ਲੱਖਾ ਸਿੰਘ ਦਾ ਵੀ ਉਹਨਾਂ ਨੇ ਨਾਮ ਲਿਆ ਵੀ ਉਹ ਉੱਥੇ ਸਾਡੇ ਆਗੂ ਨੇ, ਪਰ ਸਾਡੇ ਤੋਂ ਗਲਤੀ ਹੋਈ ਆ ਤਾਂ ਅਸੀਂ ਇਸ ਚੀਜ਼ ਦੀ ਅਨੇਕਾਂ ਵਾਰ ਮਾਫੀ ਮੰਗਦੇ ਹਾਂ। ਵੀਡੀਓ ਮੌਜੂਦ ਹੈ। ਅੱਜ ਜਗਰਾਉਂ ਦੇ ਪੁਲਿਸ ਸਟੇਸ਼ਨ ਦੇ ਬਾਹਰ ਸਤਿਕਾਰ ਕਮੇਟੀ ਦੇ ਸਿੰਘ ਦੁਆਰੇ ਪਹੁੰਚੇ ਨੇ। ਕੀ ਕਾਰਨ ਹੈ ਇਹਨਾਂ ਨੂੰ ਮੁੜ ਤੋਂ ਥਾਣਿਆਂ ਦੇ ਅੱਗੇ ਗੇੜੇ ਕੱਢਣੇ ਪੈ ਰਹੇ ਨੇ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਸਭ ਦਾ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਉਦੋਂ ਮੀਟਿੰਗ ਹੋਈ ਸੀ ਕੌਂਕੇ ਕਲਾਂ ਦੇ ਵਿੱਚ। ਉਦੋਂ ਨਾਨਕਸਰ ਸੰਪਰਦਾ ਤੋਂ ਅੰਦਾਜਨ ਸ਼ਾਇਦ ਇੱਕ ਦਰਜਨ ਸਿੰਘ ਆਏ ਹੋਣੇ ਆ। ਸਾਡੇ ਕੋਲ ਵੀਡੀਓ ਮੌਜੂਦ ਹੈ। ਹਾਲਾਂਕਿ ਰੋਕ ਰਹੇ ਸੀ ਵੀਡੀਓ ਨਾ ਬਣਾਓ, ਪਰ ਵੀਡੀਓ ਦੇ ਵਿੱਚ ਵੀ ਉਹ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਵੀ ਸਾਡੇ ਤੋਂ ਗਲਤੀ ਹੋ ਗਈ ਆ। ਅੱਜ ਤੁਸੀਂ ਥਾਣੇ ਆਏ ਹੋ, ਹੁਣ ਕੀ ਗੱਲ ਰਹਿ ਗਈ ਹੈ? ਜਿਹੜੀ ਅਸੀਂ ਚਾਹੁੰਦੇ ਸੀਗੇ ਕਿ ਇਹ ਪੰਥ ਦੀ ਕਚਹਿਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਣ ਮਰਜ਼ਾਦਾ ਦੀ ਗੱਲ ਆ, ਤੇ ਪੰਥ ਦੀ ਕਚਹਿਰੀ ਦੇ ਵਿੱਚ ਜਿਹੜਾ ਨਾਨਕਸਰ ਡੇਰੇ ਵੱਲੋਂ ਕੁਤਾਹੀ ਕੀਤੀ ਗਈ ਆ, ਇਹ ਪੰਥ ਦੀ ਕਚਹਿਰੀ ਦੇ ਵਿੱਚ ਇਹਦਾ ਫੈਸਲਾ ਵੀ ਹੋਵੇ ਤੇ ਗਾਂਹ ਵਾਸਤੇ ਜਿਹੜੀ ਕੁਤਾਹੀ ਹੋ ਰਹੀ ਆ ਅੱਗੇ ਤੋਂ ਉਹ ਗਲਤੀ ਨਾ ਹੋਵੇ।
ਇਸ ਕਰਕੇ ਸਾਨੂੰ ਵਿੱਚ ਕੋਈ ਸਤਿਕਾਰਯੋਗ ਸਾਡੇ ਬਾਬਾ ਬਲਦੇਵ ਸਿੰਘ, ਸ਼ਾਇਦ ਉਹਨਾਂ ਦਾ ਨਾਮ ਜੋਗੇਵਾਲ ਤੋਂ, ਉਹਨਾਂ ਨੇ ਸਾਨੂੰ ਸੰਪਰਕ ਦੇ ਵਿੱਚ ਲਿਆਂਦਾ ਕਿ ਇੱਕ ਵਾਰ ਬੈਠਣਾ ਚਾਹੀਦਾ, ਕਿਉਂਕਿ ਇੱਥੇ ਇਹ ਜਿਹੜਾ ਕੋਟਾਂ ਕਚਹਿਰੀਆਂ ਦਾ ਮਸਲਾ ਵਾ, ਇਹਦੇ ਨਾਲੋਂ ਵੱਖਰਾ ਗੁਰਮਤਿ ਦਾ ਇੱਕ ਅਸੂਲ ਆ ਕਿ ਜੇ ਕੋਈ ਇਹਨਾਂ ਨੇ ਸੰਪਰਕ ਕੀਤਾ ਸੀਗਾ ਉਹਨਾਂ ਦੇ ਨਾਲ ਤੇ ਇਹਨਾਂ ਕਿਹਾ ਵੀ ਇੱਕ ਬੈਠਣਾ ਚਾਹੀਦਾ। ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇੱਕ ਤਾਂ ਸਾਡੀਆਂ 2 ਸ਼ਰਤਾਂ ਹੈ, ਇੱਕ ਤੇ ਬੰਦ ਕਮਰੇ ਦੀ ਮੀਟਿੰਗ ਸਾਡੀ ਨਹੀਂ ਹੋਊਗੀ, ਸਾਡੀ ਜਿਹੜੀ ਮੀਟਿੰਗ ਆ ਉਹ ਗੁਰੂ ਘਰ ਦੇ ਵਿੱਚ ਹੋਊਗੀ, ਤੇ ਦੂਜਾ ਜਿਹੜਾ ਉਹ ਮੀਡੀਆ ਦੇ ਸਾਹਮਣੇ ਹੋਊਗੀ, ਕਿਉਂਕਿ ਅਸੀਂ ਚਾਹੁੰਦੇ ਆ ਇਹ ਪੰਥ ਦੀ ਕਚਹਿਰੀ ਦੇ ਵਿੱਚ ਹੀ ਸਾਰਾ ਜਿਹੜਾ ਇਹ ਮਸਲਾ ਜਿਹੜਾ ਕੀਤਾ ਗੱਲ ਰੱਖੀ ਜਾਵੇ। ਇਹ ਇਸੇ ਸਬੰਧ ਨੂੰ ਲੈ ਕੇ ਤੇ ਉਹਨਾਂ ਨੇ ਪਹਿਲਾਂ ਇਹ ਗੱਲ ਕਹੀ ਕਿ ਜਿਹੜੇ ਸਾਡੇ ਨੁਮਾਇੰਦੇ ਆ, ਜਿਹੜੇ ਸਾਡੇ ਛੋਟੇ ਜਥੇਦਾਰ ਆ, ਉਹ ਉੱਥੇ ਆਉਣਗੇ। ਇਹ ਬਾਬਾ ਜੋਗਾ ਸਿੰਘ ਵਾਲਿਆਂ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਉਹਨਾਂ ਦੇ ਛੋਟੇ ਜਥੇਦਾਰ ਆਉਣਗੇ, ਉਹ ਗੱਲਬਾਤ ਕਰਨਗੇ। ਉਸ ਤੋਂ ਬਾਅਦ ਉਹਨਾਂ ਦੇ ਜਦੋਂ ਗੱਲਬਾਤ ਲਾਗੇ ਲੱਗ ਜੂਗੀ, ਉਸ ਤੋਂ ਬਾਅਦ ਵੱਡੇ ਜਥੇਦਾਰ ਜਿਹੜੇ ਆ ਉਹ ਆਉਣਗੇ ਤੇ ਮੀਡੀਆ ਦੇ ਸਾਹਮਣੇ। ਪਰ ਸਾਡੇ ਨਾਲ ਉਹਨਾਂ ਨੇ ਇਹ ਸ਼ਰਤ ਰੱਖੀ ਕਿ ਕੋਈ ਉੱਚਾ ਨੀਵਾਂ ਨਹੀਂ ਬੋਲੂਗਾ ਤੇ ਤੁਹਾਡੇ ਵੱਲੋਂ 5 ਜਾਂ 6 ਸਿੰਘ ਜਿਹੜੇ ਆ ਉਹ ਗੱਲ ਕਰਨਗੇ, ਦੂਜਾ ਕੋਈ ਉਹਨਾਂ ਨੂੰ ਉੱਚੀ ਨੀਵੀਂ ਨਾ ਬੋਲੇ। ਇਹਦਾ ਅਸੀਂ ਦੇਖਿਆ। ਦੂਜਾ ਉਹਨਾਂ ਨੇ ਕਿਹਾ ਕਿ ਜਿਹੜਾ ਮਸਲੇ ਦੀ ਗੱਲ ਆ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੋਏ ਅਪਮਾਨ ਦੀ ਆ ਉਸੇ ਦੀ ਕੀਤੀ ਜਾਵੇ, ਨਾ ਕਿ ਸਾਨੂੰ ਕੋਈ ਹੋਰ ਕਿਸੇ ਗੱਲੋਂ ਟਾਰਗੇਟ ਕੀਤਾ ਜਾਵੇ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਿਲਕੁਲ ਜੋ ਮਰਜ਼ਾਦਾ ਦੇ ਵਿੱਚ ਘਾਟ ਹੋਈ ਆ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਪਮਾਨ ਹੋਇਆ ਹੈ, ਉਸੇ 'ਚ ਹੀ ਗੱਲ ਕਰਾਂਗੇ। 5 ਸਿੰਘ ਗੱਲ ਕਰਨਗੇ, ਤੁਹਾਡਾ ਸਤਿਕਾਰ ਜਿਹੜਾ ਉਹ ਬਰਕਰਾਰ ਰੱਖਿਆ ਜਾਏਗਾ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ। ਉਹਦੇ ਵਿੱਚ ਕਾਫੀ ਸਿੰਘ 10-12 ਸਿੰਘ ਜਿਹੜੇ ਆ ਉਹ ਡੇਰੇ ਵੱਲੋਂ ਜਥੇਦਾਰ ਬਣ ਕੇ ਸਾਡੇ ਕੋਲ ਆਏ, ਸਾਡੇ ਨਾਲ ਗੱਲਬਾਤ ਕੀਤੀ। ਜਿਹੜਾ ਗੁਰਮਤਾ ਕਰਕੇ ਅਸੀਂ ਜਿਹੜੇ ਸਿਆਣੇ ਸਿੰਘ ਸੀਗੇ ਅਸੀਂ ਉਹਨਾਂ ਦੇ ਸਾਹਮਣੇ ਰੱਖਿਆ, ਕਿਉਂਕਿ ਜੋ ਸਾਨੂੰ ਮਹਿਸੂਸ ਹੁੰਦਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਲੰਮੇ ਸਮੇਂ ਤੋਂ, ਕਿਉਂਕਿ ਪਿਛਲੇ ਸਾਲ ਵੀ ਇਹ ਸਾਡੇ ਕੋਲ ਮਸਲਾ ਆਇਆ ਸੀਗਾ ਪਰ ਅਸੀਂ ਇਹ ਕਰ ਨਹੀਂ ਸਕੇ, ਤੇ ਐਰਕਾਂ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ। ਵੱਡੇ ਹਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਲੈਣਾ ਦੇ ਵਿੱਚ ਪ੍ਰਕਾਸ਼ਮਾਨ ਕਰਕੇ ਗ੍ਰੰਥੀ ਸਿੰਘ ਪਿੱਠਾਂ ਨਾਲ ਪਿੱਠਾਂ ਜੋੜ ਕੇ ਜਿਹੜੀ ਉਹ ਲੜੀ ਕਰਦੇ ਆ, ਉਹ ਇਤਰਾਜ਼ਯੋਗ ਆ, ਉਹ ਗੁਰੂ ਸਾਹਿਬ ਦਾ ਅਪਮਾਨ ਹੁੰਦਾ। ਫਿਰ ਮਹਾਰਾਜ ਸਾਹਿਬ ਨੂੰ ਜਦੋਂ ਲੈ ਕੇ ਆਉਂਦੇ ਆ, ਇੱਕ ਪਾਵਨ ਸਰੂਪ ਤੇ ਚੌਰ ਸਾਹਿਬ ਕਰਦੇ ਆ, ਬਾਕੀ ਜਿਹੜੇ 20-22 ਪਾਵਨ ਸਰੂਪ ਸਤਿਗੁਰਾਂ ਦੇ ਆ ਉਹ ਉਵੇਂ ਦੇ ਉਵੇਂ ਜਿਹੜੇ ਲੈ ਕੇ ਆਉਂਦੇ ਆ, ਜਿਹੜਾ ਅਪਮਾਨ ਆ ਸਤਿਗੁਰਾਂ ਦਾ। ਦੂਸਰਾ ਜੋੜੇ ਲੈ ਕੇ ਗੱਡੀਆਂ ਦੇ ਵਿੱਚ ਸਾਰੀ ਜਿਹੜੇ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ। ਤਾਂ ਉਸ ਦਿਨ ਤੁਹਾਡੀ ਮੀਟਿੰਗ ਨੇਪਰੇ ਕਿਉਂ ਨਾ ਚੜੀ? ਅੱਜ ਤੁਹਾਨੂੰ ਫਿਰ ਥਾਣੇ ਅੱਗੇ ਆਉਣਾ ਪਿਆ। ਪਹਿਲਾਂ ਆਪਾਂ ਇਹ ਗੱਲ ਕਰ ਨੇਪਰੇ ਇਸ ਕਰਕੇ ਨਹੀਂ ਚੜੀ ਕਿ ਜਿਹੜੀਆਂ ਅਸੀਂ ਉਹਨਾਂ ਕੋਲ ਗੱਲਾਂ ਰੱਖੀਆਂ ਜੀ, ਇਹ ਜਿਹੜੀਆਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ, ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਆਹ ਘਾਟਾਂ ਪਾਈਆਂ ਜਾਂਦੀਆਂ, ਅਸੀਂ ਚਾਹੁੰਦੇ ਸੀ ਕਿ ਅੱਗੇ ਤੋਂ ਇਹ ਨਾ ਹੋਣ। ਸਾਡੇ ਨਾਲ ਲਿਖਤੀ ਬਾਬਾ ਲੱਖਾ ਸਿੰਘ, ਬਾਬਾ ਕਾਲਾ ਸਿੰਘ ਤੇ ਬਾਬਾ ਗੁਰਜੀਤ ਸਿੰਘ ਮੁੱਖ ਸੇਵਾਦਾਰ ਸੰਗਤ ਦੇ ਸਾਹਮਣੇ ਆਣ ਕੇ ਇਹ ਗੱਲ ਕਹਿਣ, ਸਾਨੂੰ ਵਿਸ਼ਵਾਸ ਦਿਵਾਉਣ, ਲਿਖਤੀ ਵਿਸ਼ਵਾਸ ਦਿਵਾਉਣ, ਮੀਡੀਆ ਦੇ ਸਾਹਮਣੇ ਦਿਵਾਉਣ ਕਿ ਅੱਗੇ ਤੋਂ ਇਹ ਗੱਲ ਨਹੀਂ ਹੋਊਗੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਕਰ ਲੈ ਕੇ ਆਵਾਂਗੇ ਤੇ ਫਿਰ ਅਸੀਂ ਮਾਣ ਸਤਿਕਾਰ ਨਾਲ ਪਾਲਕੀ ਸਾਹਿਬ ਤਿਆਰ ਸਿੰਘ ਲੈ ਕੇ ਆਉਣਗੇ। ਇਹ ਗੱਲ ਜਿਹੜੀ ਆ ਅਸੀਂ ਉਹਨਾਂ ਕੋਲ ਕਰਾਉਣੀ ਚਾਹੁੰਦੇ ਸੀਗੇ, ਇਹਦੇ ਵਾਅਦਾ ਕਰਾਉਣਾ ਚਾਹੁੰਦੇ ਸੀਗੇ ਸੰਗਤ ਦੇ ਸਾਹਮਣੇ। ਦੂਸਰੀ ਗੱਲ ਉਹਨਾਂ ਕੋਲ ਅਸੀਂ ਇਹ ਕਰਾਉਣੀ ਚਾਹੁੰਦੇ ਸੀ ਵੀ ਸਿੱਖ ਪੰਥ ਕੋ ਖਿਮਾ ਜਾਚਨਾ ਕੀਤੀ ਜਾਵੇ ਤੇ 5 ਪਿਆਰਿਆਂ ਕੋ ਸੇਵਾ ਲਵਾਈ ਜਾਵੇ, ਜਿਨ੍ਹਾਂ ਨੇ ਇਹਦੇ ਵਿੱਚ ਜਿਹੜੇ ਜ਼ਿੰਮੇਵਾਰ ਆ, ਜਿਨ੍ਹਾਂ ਨੇ ਕੁਤਾਹੀ ਕੀਤੀ ਆ। ਸ੍ਰੀ ਅਕਾਲ ਤਖਤ ਸਾਹਿਬ 5 ਪਿਆਰਿਆਂ ਦੇ ਪੇਸ਼ ਹੋ ਗਏ, ਪਰ ਉਹਨਾਂ ਨੇ ਜਦੋਂ ਇਹ ਗੱਲਬਾਤ ਕੀਤੀ, ਜਿਹੜੇ ਤੋਂ ਉਹਨਾਂ ਦੇ ਜਥੇਦਾਰ ਆਏ ਸੀਗੇ ਉਹਦੇ ਸਾਰੇ ਪ੍ਰਵਾਨ ਕਰ ਗਏ ਇਹ ਗੱਲਾਂ ਵੀ ਬਿਲਕੁਲ ਤੁਹਾਡੀਆਂ ਜਾਇਜ਼ ਗੱਲਾਂ ਵਾ, ਇਹ 'ਚ ਕਿਸੇ ਨੂੰ ਨੀਵਾਂ ਵਿਖਾਉਣ ਵਾਲੀ ਕੋਈ ਗੱਲ ਨਹੀਂ, ਤੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਕਿ ਬਿਲਕੁਲ ਤੁਹਾਡੀਆਂ ਗੱਲਾਂ ਠੀਕ ਆ, ਵਧੀਆ ਵਾ। ਅਸੀਂ ਜਾ ਕੇ ਹੁਣ ਉਹਨਾਂ ਨੂੰ ਡੇਰੇ ਤੋਂ ਮੁਖੀ ਸਿੰਘ ਜਿਹੜੇ ਆ ਉਹਨਾਂ ਨੂੰ ਲੈ ਕੇ ਆਉਣੇ ਆ। ਜਦੋਂ ਉਹ ਲੈਣ ਗਏ ਆ ਤੇ ਨਾ ਤੇ ਬਾਬਾ ਕਾਲਾ ਸਿੰਘ ਆਇਆ ਤੇ ਨਾ ਬਾਬਾ ਲੱਖਾ ਸਿੰਘ ਆਇਆ, ਉੱਥੇ ਬਾਬਾ ਗੁਰਜੀਤ ਸਿੰਘ ਆ ਗਿਆ। ਜਿਹੜੇ ਸਾਨੂੰ ਲੈ ਕੇ ਆਏ ਸੀਗੇ ਮਹਾਂਪੁਰਖ, ਉਹਨਾਂ ਨੇ ਬਾਬਾ ਗੁਰਜੀਤ ਸਿੰਘ ਨੂੰ ਗੇਟ ਤੋਂ ਮੋੜਤਾ ਵੀ ਦੂਸਰੇ ਕਿਉਂ ਨਹੀਂ ਆਏ। ਉਹਨਾਂ ਕਿਹਾ ਵੀ ਉਹ ਨਹੀਂ ਆਉਂਦੇ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹਨਾਂ ਦੀ ਆਪਸੀ ਈਰਖਾ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਾਲਾ ਕਾਰਨ ਜਿਹੜਾ ਉਹ ਹੁਣ ਸਾਨੂੰ ਪਤਾ ਲੱਗਾ। ਪਹਿਲਾਂ ਤੇ ਸਾਨੂੰ ਪਤਾ ਨਹੀਂ ਸੀ ਵੀ ਨਾਨਕਸਰ ਅਸੀਂ ਜ਼ਿੰਮੇਵਾਰ ਇਹਨਾਂ ਨੂੰ ਸਮਝੀਏ। ਸਾਡਾ ਇਲਾਕਾ ਬਹੁਤ ਜਿਹੜਾ ਬਾਬਾ ਲੱਖਾ ਸਿੰਘ ਕਾਲਾ ਸਿੰਘ ਨੂੰ ਜ਼ਿੰਮੇਵਾਰ ਸਮਝਦਾ ਸੀ, ਛੋਟੇ ਜਥੇਦਾਰ ਤੌਰ ਤੇ ਬਾਬਾ ਗੁਰਜੀਤ ਸਿੰਘ ਨੂੰ ਸਮਝਦਾ ਸੀ। ਪਰ ਇਹਨਾਂ ਦੀ ਇੰਨੀ ਈਰਖਾ ਜਿਹੜੀ ਆ ਉਹ ਉਦੋਂ ਸਾਹਮਣੇ ਆਈ ਆ ਕਿ ਇਹਨਾਂ ਨੇ ਬਾਬਾ ਗੁਰਜੀਤ ਸਿੰਘ ਆ ਗਏ, ਬਾਬਾ ਲੱਖਾ ਸਿੰਘ ਤੇ ਬਾਬਾ ਕਾਲਾ ਸਿੰਘ ਆਏ ਨਹੀਂ, ਜਿਹੜੇ ਸਾਡੇ ਨਾਲ ਸਾਨੂੰ ਲੈ ਕੇ ਆਏ ਸੀਗੇ ਵਿੱਚ ਗੱਲ ਕਰਾਉਣ ਵਾਸਤੇ, ਜਿਨ੍ਹਾਂ ਨੂੰ ਬਾਬਾ ਲੱਖਾ ਸਿੰਘ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਆਵਾਂਗੇ। ਜਦੋਂ ਨਹੀਂ ਆਏ ਉਹਨਾਂ ਬਾਬਾ ਗੁਰਜੀਤ ਸਿੰਘ ਨੂੰ ਵਾਪਸ ਮੋੜਤਾ ਕਿ ਇਸ ਤਰ੍ਹਾਂ ਗੱਲ ਠੀਕ ਨਹੀਂ ਲੱਗਦੀ, ਕਿਉਂਕਿ ਜ਼ਿੰਮੇਵਾਰ ਤੁਸੀਂ ਸਾਰੇ ਜ਼ਿੰਮੇਵਾਰ ਸਿੰਘਾਂ ਦੇ ਸਾਹਮਣੇ ਆਣ ਕੇ ਲਿਖਤੀ ਕਰੋ ਕਿ ਉਹ ਕੁਤਾਹੀ ਹੋਈ ਅੱਗੇ ਤੋਂ ਨਹੀਂ ਹੋਊਗੀ। ਉਹ ਤਾਂ ਕਰਕੇ ਜਿਹੜਾ ਇਹ ਮਸਲਾ ਸਾਰਾ ਜਿਹੜਾ ਉਹ ਉਦੋਂ ਇਹ ਗੱਲ ਨਿਬੜੀ ਸੀ ਸ਼ਾਇਦ ਵੀ 2 ਦਿਨ ਬਾਅਦ ਬਾਬਾ ਕਾਲਾ ਜੀ, ਬਾਬਾ ਲੱਖਾ ਜੀ ਉਹ ਆ ਕੇ ਸਤਿਕਾਰ ਕਮੇਟੀ ਦੇ ਸਿੰਘ ਤੇ ਉਹ ਗੁਰੂ ਦੀ ਹਜ਼ੂਰੀ 'ਚ ਬੈਠਣਗੇ, ਕਹਿਣਗੇ ਵੀ ਚਲੋ ਆਪਣਾ ਉਹ ਗਲਤੀ ਮੰਨਣਗੇ। ਹੋਈ ਸੀ ਉਦੋਂ ਗੱਲ? ਉਹਨਾਂ ਨੇ ਸਾਡੇ ਕੋਲ ਸਮਾਂ 2-3 ਦਿਨਾਂ ਦਾ ਤਰੀਕ ਲਈ ਸੀਗੀ ਵੀ ਸਾਨੂੰ 2-3 ਦਿਨਾਂ ਦਾ ਸਮਾਂ ਦਿੱਤਾ ਜਾਵੇ, ਅਸੀਂ ਵਿਚਾਰ ਕਰਕੇ ਤੇ ਬਿਲਕੁਲ ਉਹ ਸਿੰਘ ਜਿਹੜੇ ਨਾਲ ਆਉਣਗੇ ਸਾਡੇ। ਤੇ ਅੱਜ ਦਾ ਉਹ ਸਮਾਂ ਸੀਗਾ ਰੱਖਿਆ। ਅੱਜ ਗਿਆ ਦੱਸਿਆ ਨਹੀਂ ਅੱਜ ਜਦੋਂ ਅੱਜ ਫੇਰ ਉਹ ਥੱਲੇ ਵਾਲੇ ਜਥੇਦਾਰ ਸਾਡੇ ਨਾਲ ਸੰਪਰਕ ਕਰੀ ਜਾਂਦੇ ਸੀ ਵੀ ਗੱਲ ਤੇ ਸਾਡੀ ਉਦੋਂ ਫਾਈਨਲ ਹੋ ਗਈ, ਹੁਣ ਸਾਨੂੰ ਸੰਪਰਕ ਕਰਨ ਦੀ ਲੋੜ ਨਹੀਂ, ਹੁਣ ਤਾਂ ਤੁਸੀਂ ਫੈਸਲਾ ਸੁਣਾਉਣਾ। ਜੇ ਤਾਂ ਬਾਬਾ ਤਿੰਨੇ ਜ਼ਿੰਮੇਵਾਰ ਸਿੰਘ ਆਉਂਦੇ ਆ, ਆਣ ਕੇ ਤੇ ਸੰਗਤਾਂ ਦੀ ਸੰਤੁਸ਼ਟੀ ਕਰਾਉਣ
ਤੇ ਜੇ ਇਹ ਗੱਲਾਂ ਪ੍ਰਵਾਨ ਆ ਠੀਕ ਹੈ, ਜੇ ਨਹੀਂ ਤਾਂ ਫਿਰ ਉਹਨਾਂ ਦੀ ਮਰਜ਼ੀ ਆ। ਉਹ ਸਾਨੂੰ ਕਦੀ ਕਹੀ ਜਾਂਦੇ ਡੇਰੇ ਆ ਜਾਓ, ਕਦੀ ਕਹੀ ਜਾਂਦੇ ਆ ਕਮਰੇ 'ਚ ਬਹਿ ਜਾਓ। ਉਹ ਗੱਲਾਂ ਕਿਉਂਕਿ ਇਹ ਸਿੱਖ ਪੰਥ ਦਾ ਮਸਲਾ ਵਾ, ਸਾਡਾ ਆਪਣਾ ਨਿੱਜੀ ਨਹੀਂ। ਸਾਡਾ ਕੋਈ ਅਸੀਂ ਕਿਸੇ ਨੂੰ ਗਾਲੀ ਗਲੋਚ ਕੀਤਾ ਹੋਵੇ, ਕੋਈ ਮਾੜਾ ਚੰਗਾ ਬੋਲਿਆ ਹੋਵੇ, ਅਸੀਂ ਕਮਰੇ 'ਚ ਬਹਿ ਕੇ ਇੱਕ ਦੂਜੇ ਨਾਲ ਜਿਹੜਾ ਵਾ ਸੈਟੀਸਫਾਈਆ ਕਰ ਲਈਏ। ਇਹ ਪੰਥ ਦੀ ਗੱਲ ਆ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਆ। ਇਹ ਗੁਰੂ ਘਰ ਬਹਿ ਕੇ ਸੰਗਤ ਦੇ ਵਿੱਚ ਬਹਿ ਕੇ ਹੀ ਹੱਲ ਹੋ ਸਕਦੀ ਆ। ਪਰ ਉਹ ਸੰਗਤ ਦੇ ਵਿੱਚ ਆਉਣ ਤੋਂ, ਮੀਡੀਆ ਦੇ ਸਾਹਮਣੇ ਆਉਣ ਤੋਂ ਬਾਰ-ਬਾਰ ਜਿਹੜੇ ਆ ਉਹ ਕੰਨੀ ਕਤਰਾ ਰਿਹਾ ਤੇ ਅੱਜ ਉਹ ਆਏ ਨਹੀਂ। ਇੱਕ ਪਾਸੇ ਤੁਹਾਡੀ ਗੱਲ ਵਿੱਚ ਹੈ, ਜਿੱਦਾਂ ਕੱਲ ਰਾਤ ਹੀ ਸਮਾਗਮ ਚੱਲ ਰਿਹਾ ਸੀਗਾ, ਉੱਥੋਂ ਬਾਬਾ ਜਿਹੜੇ ਕਾਲਾ ਜੀ ਹੈਗੇ ਉਹਨਾਂ ਨੇ ਕਿਹਾ ਵੀ ਕਿਹੜੀ ਸਤਿਕਾਰ ਕਮੇਟੀ, ਇੱਥੇ ਕੋਈ ਗਲਤੀ ਨਹੀਂ। ਉਹਨਾਂ ਤੋਂ ਪਹਿਲਾਂ ਬਾਬਾ ਜੁੱਡੀ ਜੀ ਨੇ ਬੋਲਦੇ ਹੋਏ ਕਿਹਾ ਵੀ ਇੱਥੇ ਜਿਹੜੀ ਹੈ ਪਿਛਲੇ ਦਿਨੀ ਘਟਨਾ ਵਾਪਰੀ, ਉਹਨਾਂ ਨੇ ਜਿੱਦਾਂ ਲੱਗਦਾ ਵੀ ਉਹਦੀ ਜਿਹੜਾ ਉਹਨਾਂ ਨੇ ਜਿਹੜੀ ਗਲਤੀ ਜੀ ਮੰਨੀ ਹੁੰਦੀ ਉਹਨਾਂ ਦੀ ਸ਼ਬਦਾਵਲੀ ਤੋਂ ਲੱਗਦਾ। ਪਰ ਬਾਬਾ ਕਾਲਾ ਸਿੰਘ ਕਹਿੰਦੇ ਕਿਹੜਾ ਇੱਥੇ ਕੋਈ ਨਹੀਂ, ਉਹ ਜਿੱਦਾਂ ਉਸੇ ਐਟੀਟਿਊਡ 'ਚ ਹੀ ਆ। ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਉਹ ਗਲਤੀ ਜਾਂ ਉਹ ਮੰਨ ਸਕਦੇ ਆ? ਪਹਿਲਾਂ ਤਾਂ ਮੈਨੂੰ ਇਹਨਾਂ ਦੀ ਗੱਲ ਤੇ ਹਾਸਾ ਆਉਂਦਾ ਵਾ ਵੀ ਇੱਕ ਵੀਡੀਓ ਵਾਇਰਲ ਕੀਤੀ ਆ, ਇਹ ਸਾਰੇ ਜਣੇ ਵਿੱਚ ਬੈਠੇ ਆ, ਜਿਹਦੇ ਵਿੱਚ ਸੰਗਤਾਂ ਦੇ ਸਾਹਮਣੇ ਆਈ ਆ ਉਹ ਵੀਡੀਓ, ਜਿਹਦੇ ਵਿੱਚ ਬਾਬਾ ਕਾਲਾ ਸਿੰਘ ਵੀ ਸ਼ਾਇਦ ਬੈਠੇ ਆ। ਉਹਦੇ ਵਿੱਚ ਇਹ ਮਾਫੀ ਮੰਗ ਰਹੇ ਆ, ਗਲਤੀ ਅਹਿਸਾਸ ਕਰ ਰਹੇ ਆ। ਦੂਸਰੀ ਗੱਲ, ਇਹਨਾਂ ਦੇ ਧੌਣ ਦੇ ਵਿੱਚ ਕਿੱਲਾ ਇਸ ਕਰਕੇ ਆ ਕਿਉਂਕਿ ਇਹਨਾਂ ਨੂੰ ਸਰਕਾਰਾਂ ਦਾ ਪਿੱਛੇ ਬੈਕਗ੍ਰਾਉਂਡ ਤੇ ਇਹਨਾਂ ਨੂੰ ਹੱਥ ਆ। ਦੂਸਰਾ, ਇਹਨਾਂ ਨੂੰ ਜਿਵੇਂ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ ਦਾ ਸਾਡਾ ਜਥੇਦਾਰ ਆ, ਵੇਖੋ ਤੇ ਜ਼ਿੰਮੇਵਾਰ ਸ਼ਾਇਦ ਉਦੋਂ ਪ੍ਰਧਾਨ ਵੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਇੱਥੇ ਬਾਬਾ ਨਾਨਕ ਸਿੰਘ ਜੀ ਬਰਸ਼ੀ ਤੇ ਆ ਨਾ ਆਇਆ, ਤੇ ਜ਼ਿੰਮੇਵਾਰ ਬੰਦੇ ਇਹ ਉੱਥੇ ਆਉਂਦੇ ਆ। ਹੁਣ ਸਾਰਿਆਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਲੜੀਆਂ ਚੱਲ ਰਹੀਆਂ, ਕੀ ਉਹ ਮਾਨ ਉਹਨਾਂ ਨੂੰ ਦਿਸਦਾ ਨਹੀਂ? ਉਹ ਫਿਰ ਉਹ ਦੁੱਖ ਦੀ ਗੱਲ ਇਹ ਆ ਕਿ ਜਥੇਦਾਰ ਜਿਹੜਾ ਵਾ ਅਕਾਲੀ ਦਲ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਅਜੇ ਤੱਕ ਬੋਲਿਆ ਹੀ ਨਹੀਂ। ਐਡੀ ਵੱਡੀ ਕੁਤਾਈ ਨਾਨਕਸਰ ਤੋਂ ਹੋ ਗਈ, ਸਾਨੂੰ ਹੀ ਗਲਤ ਕਹਿ ਦਿੰਦਾ। ਗੱਲ ਵਿੱਚ ਹੈ, ਜੇ ਅਕਾਲੀ ਦਲ ਦਾ ਗਿਆਨੀ ਹਰਪ੍ਰੀਤ ਸਿੰਘ ਨਹੀਂ ਬੋਲੇ ਤੇ ਸਰਬੱਤ ਖਾਲਸੇ ਵਾਲੇ ਕਿਹੜਾ ਬੋਲੇ ਆ? ਬਿਲਕੁਲ, ਸਰਬੱਤ ਤਾਂ ਹੀ ਕਰਕੇ ਤੇ ਬਾਬਾ ਕਾਲਾ ਸਿੰਘ ਕਹਿੰਦਾ ਵੀ ਕੌਣ ਸਤਿਕਾਰ ਕਮੇਟੀਆਂ, ਕਿਉਂਕਿ ਕੌਣ ਸਤਿਕਾਰ ਕਮੇਟੀਆਂ ਇਸ ਕਰਕੇ ਆ ਵੀ ਇਹ ਸਾਰੇ ਜਿੰਨੇ ਸਿੰਘ ਆ ਇਹ ਆਪਣੀ ਕਿਰਤ ਕਰਨ ਵਾਲੇ ਆ। ਇਹਨਾਂ 'ਚ ਕੋਈ ਦੁਕਾਨਦਾਰ ਆ, ਕੋਈ ਆਪਣੀ ਦਿਹਾੜੀ ਕਰਨ ਵਾਲਾ, ਮਜ਼ਦੂਰੀ ਕਰਨ ਵਾਲਾ, ਇਹ ਗੁਰੂ ਸਾਹਿਬ ਦੀ ਸੇਵਾ ਵਾਸਤੇ ਜਿਹੜੇ ਆ ਤਤਪਰ ਨੇ। ਤੇ ਕੋਈ ਸੇਵਾ ਥੋੜੇ ਕਾਰਜ ਕਰਨ ਵਾਲੇ ਆ, ਖੇਤੀਬਾੜੀ ਦਾ ਕੰਮ ਕਰਨ ਵਾਲੇ ਆ, ਕਿਉਂਕਿ ਉਸ ਤਰ੍ਹਾਂ ਅਸੀਂ ਆਮ ਸਿੱਖ ਹਾਂ। ਆਮ ਸਿੱਖ ਹੋਣ ਦੇ ਨਾਤੇ ਸਾਨੂੰ ਜਿਹੜਾ ਉਹ ਕਿਉਂ ਸਤਿਕਾਰ ਕਮੇਟੀ ਕਿਹਾ ਜਾਂਦਾ। ਪਰ ਜੇਕਰ ਜਿਹੜੀ ਸਤਿਕਾਰ ਕਮੇਟੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਬਣਾਈ ਆ, ਕੀ ਉਹਨੂੰ ਇਹ ਨਾਨਕਸਰ ਦਾ ਜੋ ਹੋ ਰਿਹਾ ਉਹ ਨਹੀਂ ਦਿਸਿਆ? ਜੇਕਰ ਦਿਸਿਆ ਵਾ ਤੇ ਜਿਵੇਂ ਪਾਵਨ ਸਰੂਪ ਗਏ ਆ, ਫਿਰ ਉਹਨੂੰ ਸਾਬਤ ਕਰਨ ਵੀ ਸਹੀ ਆ। ਦੋ ਗੱਲਾਂ ਕਰਦੇ ਆ, ਜਾਂ ਤੇ ਇਹ ਗੱਲ ਕਹਿਣ ਵੀ ਤੁਹਾਡੀ ਟਾਸਕ ਫੋਰਸ ਜਾਂ ਤੁਹਾਡੀ ਸਤਿਕਾਰ ਕਮੇਟੀ ਅਕਾਲ ਤਖਤ ਸਾਹਿਬ ਵਾਲੀ, ਜਾਂ ਤੁਹਾਡੇ ਪ੍ਰਚਾਰਕ, ਜਾਂ ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰ, ਉਹਨਾਂ ਦੇ ਮੂੰਹ ਤੇ ਚੇਪੀ ਕਿਉਂ ਲੱਗ ਗਈ? ਕੋਈ ਬੋਲਿਆ ਨਹੀਂ। ਜੇ ਨਹੀਂ ਬੋਲਿਆ ਤਾਂ ਉਹਨਾਂ ਦੇ ਕਮ ਸੇ ਕਮ ਹੱਕ 'ਚ ਬੋਲੋ ਕਿ ਮਹਾਰਾਜ ਦੇ ਪਾਵਨ ਸਰੂਪ ਐਂ ਹੀ ਖੜਨੇ ਚਾਹੀਦੇ ਆ। ਇਹ ਜਾਇਜ਼ ਆ, ਸਤਿਕਾਰ ਕਮੇਟੀ ਵਾਲੇ ਗਲਤ ਆ। ਤੁਹਾਡੀ ਉੱਧਰ ਗੱਲ ਜਿਹੜੀ ਨੇਪਰੇ ਨਾ ਚੜੀ, ਅੱਜ ਤੁਸੀਂ ਥਾਣੇ ਆਏ ਹੋ, ਇੱਥੇ ਪਰਚਾ ਦਰਜ ਹੋਇਆ ਹੋਇਆ? ਪਰਚਾ ਤੋਂ ਅੱਜ ਪਹਿਲਾਂ ਦਾ ਹੋਇਆ ਵਾ। ਕਿੰਨਾ ਕੋਈ ਨਾਨਕਸਰ ਦੇ ਸੰਪਰਦਾ ਦੇ ਕਿਸੇ ਬੰਦੇ ਦਾ ਨਾਮ ਹੈਗਾ? ਇਹ ਇੱਕ ਬੰਦੇ ਨਾਨਕਸਰ ਦਾ ਜਿਹੜਾ ਉਹਦਾ ਲੁਧਿਆਣੇ ਦਾ ਵਾ, ਉਹ ਇਹਨਾਂ ਦੇ ਨਾਲ ਜੁੜਿਆ ਜ਼ਿੰਮੇਵਾਰ ਹੀ ਆ ਬੰਦਾ। ਉਹਦਾ ਨਾਂ ਇਸ ਕਰਕੇ ਆਇਆ ਵਾ ਕਿ ਉਹਨੇ ਜਦੋਂ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਆਉਣੇ ਸੀਗੇ ਲੁਧਿਆਣੇ ਤੋਂ ਤੇ ਲੈ ਕੇ ਜਾਣੇ ਸੀਗੇ, ਉਹਨੇ ਇੱਕ ਲਿਖਤੀ ਚਿੱਠੀ ਜਿਹੜੀ ਪ੍ਰਸ਼ਾਸਨ ਨੂੰ ਦਿੱਤੀ ਹੋਈ ਸੀਗੀ ਕਿ ਸਾਨੂੰ ਪਾਇਲਟ ਗੱਡੀ ਦਿੱਤੀ ਜਾਵੇ। ਉਹਨੇ ਜਦੋਂ ਉਹ ਗੱਲ ਜਿਹੜੀ ਆ ਉਹ ਸਬੂਤਾਂ ਦੇ ਤੌਰ ਤੇ ਸੀਗੀ, ਉਹਦੇ ਤੋਂ ਆਧਾਰ ਬਣਾ ਕੇ ਹੀ ਪਰਚਾ ਜਿਹੜਾ ਵਾ ਉਸ ਬੰਦੇ ਤੇ ਪਹਿਲਾਂ ਕੀਤਾ ਗਿਆ। ਬਾਈ ਨੇਮ ਜਿਹੜਾ ਬਾਈ ਨੇਮ ਉਸ ਤੇ, ਉਹਨਾਂ ਦਾ ਨਾਮ ਗੁਰਮੀਤ ਸਿੰਘ ਆ ਕੋਈ ਇਦਾਂ ਦਾ ਕਰਕੇ ਆ ਜੀ। ਤੇ ਉਹ ਜੇਕਰ ਉਹਨੂੰ ਨਾਮਜ਼ਦ ਕੀਤਾ ਗਿਆ ਹੈ, ਪਰ ਪ੍ਰਸ਼ਾਸਨ ਨੇ ਸਾਨੂੰ ਅਗਲੀ ਇਹ ਗੱਲ ਕਹੀ ਸੀ ਕਿਉਂਕਿ ਜ਼ਿੰਮੇਵਾਰ ਜਿਹੜੇ ਉੱਥੇ ਡਰਾਈਵਰ ਸਾਡੇ ਨਾਲ ਤੂੰ ਮੈਂ ਹੋਏ ਆ, ਜਿਹੜੇ ਜਿੱਦ ਦੇ ਨਾਲ ਜੋੜੇ ਪਾ ਕੇ ਗਏ ਆ, ਅਸੀਂ ਉਹੜੀਆਂ ਗੱਡੀਆਂ ਵਿੱਚ ਵਰਤੀਆਂ ਗਈਆਂ। ਅਸੀਂ ਇਹਨਾਂ ਨੂੰ ਇਹ ਕਿਹਾ ਸੀ, ਇਹਨਾਂ ਨੂੰ ਬਕਾਇਦਾ ਨੰਬਰ ਦਿੱਤੇ ਆ, ਸਾਰਾ ਕੁਝ ਦਿੱਤਾ। ਇਹਨਾਂ ਨੂੰ ਕਿਹਾ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਉਹ ਡਰਾਈਵਰ ਨਾਮਜ਼ਦ ਕਰਾਂਗੇ, ਜਿਹੜਾ ਕਿ ਇਹਨਾਂ ਨੇ ਹਾਲ ਅਜੇ ਤੱਕ ਕੀਤੇ ਨਹੀਂ। ਅੱਜ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਆ ਕਿ ਉਹਨਾਂ ਨੂੰ ਅਸੀਂ ਨਾਮਜ਼ਦ ਕਰਾਂਗੇ ਤੇ ਛੇਤੀ ਤੋਂ ਛੇਤੀ ਇਹ ਜਿਹੜੀ ਇਹ ਕਾਰਵਾਈ ਅਸੀਂ ਕਰਾਂਗੇ। ਤੁਸੀਂ ਹੁਣ ਇਹ ਵੀ ਮੰਗ ਕਰਦੇ ਹੋ ਕਿਉਂਕਿ ਪਰਚੇ ਦੇ ਵਿੱਚ ਫਿਲਹਾਲ ਨਾਨਕਸਰ ਦੇ ਜਿਹੜੇ ਬਾਬਾ ਜੀ ਮੁਖੀ ਆ, ਕਿਸੇ ਦਾ ਨਾਮ ਹੈ ਨਹੀਂਗਾ ਫਿਲਹਾਲ, ਜਿਹੜੇ ਮੰਗ ਕਰਦੇ ਵੀ ਉਹਨਾਂ ਨੂੰ ਸ਼ਾਮਿਲ ਕੀਤਾ ਜਿਹੜਾ ਜ਼ਿੰਮੇਵਾਰ ਆ, ਅਸੀਂ ਉਹਨਾਂ ਦੇ ਨਾਮ ਬਕਾਇਦਾ ਲਿਖ ਕੇ ਦਿੱਤੇ ਆ। ਇਹਨਾਂ ਨੇ ਪ੍ਰਬੰਧ ਹੇਠ ਉਹਨਾਂ ਦਾ ਨਾਮ ਪਾਇਆ ਹੋਇਆ ਵਾ ਕਿ ਫਲਾਣੇ ਬੰਦਿਆਂ ਦਾ, FRI 'ਚ ਵੀ ਪਾਇਆ ਵਾ ਕਿ ਇੱਥੇ ਇਹਨਾਂ ਬੰਦਿਆਂ ਦੇ ਪ੍ਰਬੰਧ ਨੇ, ਪ੍ਰਬੰਧ ਹੇਠ ਇਹ ਕੁਤਾਈ ਹੋਈ ਆ। ਪਰ ਨਾਮਜ਼ਦ ਕਰਤਾ ਇੱਕ ਬੰਦੇ ਨੂੰ, ਉਹਦੇ ਵਿੱਚ ਇਹ ਰੱਖਿਆ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਅਸੀਂ ਪ੍ਰਸ਼ਾਸਨ ਨੂੰ ਤੇ ਅਫਸਰਾਂ ਨੂੰ ਇਹ ਗੱਲ ਕਹਿੰਦੇ ਆ ਕਿ ਵੇਖੋ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਾਨ ਮਰਿਆਦਾ ਦੀ ਗੱਲ ਆ। ਜਿਹੜੇ ਬੰਦੇ ਦੋਸ਼ੀ ਆ, ਕਿਉਂਕਿ ਜਿਨ੍ਹਾਂ ਬੰਦਿਆਂ ਨੇ ਸਿਰਫ ਇਹ ਵਪਾਰ ਧੰਦਾ ਬਣਾ ਲਿਆ, ਕਿਉਂਕਿ ਇਹ ਸੰਤਾਂ ਦਾ ਸਾਧੂਆਂ ਦਾ ਕੰਮ ਨਹੀਂਗਾ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਜੋ ਉੱਥੇ ਚੱਲ ਰਿਹਾ ਵਾ। ਅੱਜ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਕੁਝ ਥੋੜ੍ਹੀਆਂ ਜਿਹੀਆਂ ਗੱਲਾਂ ਜਿਹੜੀਆਂ ਜਨਤਕ ਕਰਾਂਗੇ ਕਿ ਭਾਈ ਸੁਖਵਿੰਦਰ ਸਿੰਘ ਜੀ ਜਿਹੜੇ ਕਿ ਹਰਿਆਣੇ 'ਚੋਂ ਆਏ ਨੇ। ਭਾਈ ਸਾਹਿਬ, ਜੇ ਗੁਰੂ ਮਹਾਰਾਜ ਦੀ ਹਜ਼ੂਰੀ ਜਿੱਦਾਂ ਉਦੋਂ ਕੌਂਕੇ ਬੈਠੇ ਸੀ ਸ਼ਹੀਦਾਂ ਸਿੰਘਾਂ ਦੇ ਪਿੰਡ, ਉੱਥੇ ਆਪਸੀ ਸਿੱਖ ਮਰਿਆਦਾ ਅਨੁਸਾਰ ਗੁਰਮਤਾ ਹੋ ਜਾਂਦਾ, ਬੜਾ ਵਧੀਆ ਸੀਗਾ। ਪਰ ਅੱਜ ਥਾਣੇ ਅੱਗੇ ਤੁਸੀਂ ਆਏ ਹੋ, ਕੀ ਲੱਗਦਾ ਵੀ ਪੁਲਿਸ ਵੱਡੀ ਹੋ ਗਈ ਆ
ਕਿ ਸੰਗਤ ਦੀ ਕਚਹਿਰੀ 'ਚ ਆਉਣਾ ਜ਼ਰੂਰੀ ਸੀ ਜਾਂ ਪੁਲਿਸ ਕੋਲ ਆਉਣਾ ਜ਼ਰੂਰੀ ਹੋ ਗਿਆ? ਇਸ ਤਰ੍ਹਾਂ ਵਾ, ਸਾਡੀ ਕੋਸ਼ਿਸ਼ ਇਹੋ ਸੀ ਕਿਉਂਕਿ ਇਹ ਮਾਨ ਮਰਿਆਦਾ ਨੂੰ ਲੈ ਕੇ ਮਸਲਾ ਹੋਇਆ, ਗੁਰੂ ਸਾਹਿਬ ਜੀ ਦੇ ਸਰੂਪਾਂ ਦਾ ਨਰਾਦਰ ਹੋਇਆ, ਕੋਤਾਹੀ ਬਹੁਤ ਵੱਡੀ ਨਾ ਕੀਤੀ ਆ, ਤੇ ਇਸ ਕਰਕੇ ਉੱਥੇ ਜਿਹੜਾ ਬੈਠੇ ਸੀ ਕਿ ਇਹ ਆ ਜਾਣ ਸੰਗਤ ਦੀ ਕਚਹਿਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਸਾਡਾ ਸਭ ਕੁਝ ਜਿੰਦ ਜਾਨ ਗੁਰੂ ਗ੍ਰੰਥ ਸਾਹਿਬ ਜੀ ਹਨ, ਗੁਰਤਾ ਗੱਦੀ ਤੇ ਬਿਰਾਜਮਾਨ ਹਨ, ਉਹਨਾਂ ਦੀ ਛਤਰ ਛਾਇਆ ਹੇਠੇ ਬੈਠ ਜਾਣ, ਸੰਗਤ ਦੀ ਕਚਹਿਰੀ ਹੋਵੇ, ਸੰਗਤ ਦੀ ਕਚਹਿਰੀ ਦੇ ਵਿੱਚ ਆਣ ਕੇ ਆਪਦੀ ਭੁੱਲ ਨੂੰ ਸਵੀਕਾਰ ਕਰ ਲੈਣ ਅਤੇ ਮਾਨ ਮਰਿਆਦਾ ਨੂੰ ਇਹ ਵਚਨ ਦੇਣ ਸੰਗਤਾਂ ਨੂੰ, ਗੁਰੂ ਸਾਹਿਬ ਨੂੰ ਸਨਮੁਖ ਰੱਖ ਕੇ ਕਿ ਅਸੀਂ ਮਾਨ ਮਰਿਆਦਾ ਨੂੰ ਢਾਹ ਨਹੀਂ ਲਾਵਾਂਗੇ, ਅੱਗੇ ਤੋਂ ਮਾਨ ਮਰਿਆਦਾ ਵਿੱਚ ਕੋਈ ਵੀ ਕਤਾਈ ਨਹੀਂ ਆਵੇਗੀ, ਜੋ ਵੀ ਸਾਡੇ ਇੱਥੇ ਮਤਲਬ ਚੱਲ ਰਹੀਆਂ ਵਾ ਅਣਗਹਿਲੀਆਂ ਗਿਣ ਲਓ ਉਹਨੂੰ, ਜਾਂ ਕੋਈ ਕਤਾਈ ਚੱਲ ਰਹੀ ਆ ਜਾਂ ਮਤਲਬ ਆਪੋ ਧਾਪੀ ਕੋਈ ਕਰ ਰਿਹਾ ਵਾ, ਉਹ ਅਸੀਂ ਰੋਕਾਂਗੇ। ਅਸੀਂ ਪ੍ਰਬੰਧਕ ਵਾਂ, ਅਸੀਂ ਮੈਨ ਵਾਂ, ਜਿਸ ਤਰ੍ਹਾਂ ਬਾਬਾ ਲੱਖਾ ਸਿੰਘ ਸੀ, ਬਾਬਾ ਕਾਲਾ ਸਿੰਘ ਸੀ, ਬਾਬਾ ਗੁਰਜੀਤ ਸਿੰਘ ਸੀ ਜਾਂ ਬਾਬਾ ਗੁਰਚਰਨ ਸਿੰਘ ਸੀ, ਇਹ ਇੱਥੇ ਪਹੁੰਚ ਜਾਂਦੇ ਸੰਗਤ ਦੇ ਵਿੱਚ ਮੀਡੀਆ ਦੇ ਸਨਮੁਖ ਹੋ ਕੇ ਆਂਦੇ ਵੀ ਸਾਡੇ ਵੱਲੋਂ ਅਸੀਂ ਜ਼ਿੰਮੇਵਾਰ ਬਣਦੇ, ਅਸੀਂ ਇਹਦੀ ਜ਼ਿੰਮੇਵਾਰੀ ਚੁੱਕਦੇ ਹਾਂ, ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ, ਅਸੀਂ ਇਹ ਮੈਨ ਪ੍ਰਬੰਧਕ ਵਾਂ, ਮੁੱਖ ਵਾਂ, ਅਸੀਂ ਇਹਦੀ ਜ਼ਿੰਮੇਵਾਰੀ ਲੈਂਦੇ ਹੋਏ ਹੀ ਆਪਦੀ ਭੁੱਲ ਨੂੰ ਸਵੀਕਾਰ ਕਰਦੇ ਹਾਂ ਸੰਗਤਾਂ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ। ਅੱਗੇ ਤੋਂ ਅਸੀਂ ਸੰਗਤਾਂ ਨੂੰ ਭਰੋਸਾ ਦਿੰਦੇ ਹਾਂ, ਸੰਗਤਾਂ ਨੂੰ ਭਰੋਸੇ 'ਚ ਲੈਂਦੇ ਹਾਂ ਕਿ ਅੱਗੇ ਤੋਂ ਇਹੋ ਜਿਹੀ ਕਤਾਈ ਨਹੀਂ ਹੋਵੇਗੀ। ਸੰਗਤ ਤੇ ਗੁਰੂ ਬਖਸ਼ਣਯੋਗ ਆ, ਇਕੱਲਾ ਬੰਦਾ ਕੋਈ ਨਹੀਂ ਬਖਸ਼ ਸਕਦਾ। ਦੂਸਰੀ ਗੱਲ, ਜਿਨ੍ਹਾਂ ਨੇ ਮਹਾਰਾਜ ਦੇ ਸਰੂਪਾਂ ਨੂੰ ਇਸ ਤਰ੍ਹਾਂ ਖੜਿਆ, ਉਹ ਪੰਜਾਂ ਪਿਆਰਿਆਂ ਦੇ ਪੇਸ਼ ਹੋਣ ਸ੍ਰੀ ਅਕਾਲ ਤਖਤ ਸਾਹਿਬ ਤੇ, ਜਿਹੜੇ ਅੰਮ੍ਰਿਤ ਸੰਚਾਰ ਕਰਦੇ ਹਨ, ਉੱਥੇ ਜਾ ਕੇ ਆਪਦੀ ਭੁੱਲ ਦੱਸਣ, ਸੱਚੋ ਹੱਥ ਬਿਆਨ ਕਰਨ, ਤੇ ਉਹ ਜਿਹੜੇ ਪੰਜ ਪਿਆਰੇ ਹਨ ਤਖਤ ਸਾਹਿਬ ਦੇ, ਸ੍ਰੀ ਅਕਾਲ ਤਖਤ ਸਾਹਿਬ ਜੀ, ਉਹ ਪੰਜ ਪਿਆਰੇ ਜੋ ਉਹਨਾਂ ਨੂੰ ਸਜ਼ਾ ਲਾਉਂਦੇ ਆ, ਉਹ ਸਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਤੇ ਆਪਦੀ ਭੁੱਲ ਬਖਸ਼ਾਉਣ ਤੇ ਪਛਤਾਪ ਕਰਨ। ਤੇ ਫਿਰ ਪੰਥ ਦਾ ਕੋਈ ਵੀ ਇਹਨਾਂ ਦੇ ਨਾਲ ਸਾਡਾ ਕੋਈ ਵੱਟ ਦਾ ਵੈਰ ਨਹੀਂ, ਕੋਈ ਸਾਡਾ ਜ਼ਮੀਨੀ ਰੋਲਾ ਨਹੀਂ, ਕੋਈ ਸਾਡਾ ਹੋਰ ਰੋਲਾ ਨਹੀਂਗਾ। ਸਾਡਾ ਤਾਂ ਇੱਕੋ ਇੱਕ ਮਸਲਾ ਵਾ ਕਿ ਅਸੀਂ ਗੁਰੂ ਸਾਹਿਬ ਦੀ ਮਾਨ ਮਰਿਆਦਾ ਨੂੰ ਜਿਹੜੀ ਇਹਨਾਂ ਢਾਹ ਲਾਈ ਆ, ਜਿਹੜੇ ਸਿੱਖਾਂ ਦੇ ਹਰ ਥਾਂ ਦੇ ਵਰਲਡ 'ਚ ਸਿੱਖ ਬੈਠਾ ਉਹਦੇ ਵੀ ਹਿਰਦੇ ਜਿਹੜੇ ਬਲੁੰਦਰੇ ਗਏ ਆ, ਇਸ ਕਰਕੇ ਉਹਨਾਂ ਨੇ ਇਸ ਨੂੰ ਅਣਡਿੱਠ ਕਰ ਦਿੱਤਾ। ਸੰਗਤ ਦੀ ਜੋ ਬਾਬਾ ਜੋਗਾ ਸਿੰਘ ਹੁਣੀ ਬੜੇ ਮਹਾਂਪੁਰਸ਼ ਹਨ, ਆਪਣੇ ਬਾਬਾ ਬਲਦੇਵ ਸਿੰਘ ਜੀ ਜੋਗਾ ਵਾਲੇ, ਉਹਨਾਂ ਨੇ ਇਹ ਵਿੱਚ ਮਸਲਾ ਜਿਹੜਾ ਸੀ ਉਹਨਾਂ ਨੂੰ ਵਿੱਚ ਪਾਇਆ ਸੀ, ਉਹਨਾਂ ਨੂੰ ਵੀ ਇਹਨਾਂ ਨੇ ਪਿੱਠ ਦੇ ਦਿੱਤੀ ਆ ਕਿ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਇਹ ਸੰਗਤ ਦੇ ਸਾਹਮਣੇ ਕਚਹਿਰੀ 'ਚ ਨਹੀਂ ਆਏ। ਤੇ ਅੱਜ ਇਸ ਕਰਕੇ ਸਾਨੂੰ ਇਹ ਥਾਣੇ ਆਉਣਾ ਪਿਆ, ਕਿਉਂਕਿ ਪਹਿਲਾਂ ਗੁਰੂ ਦੀ ਕਚਹਿਰੀ ਆ, ਸੰਗਤ ਦੀ ਕਚਹਿਰੀ ਆ, ਜਦੋਂ ਨਹੀਂ ਫਿਰ ਜਿਹੜਾ ਕਾਨੂੰਨੀ ਤੌਰ ਤੇ ਫਿਰ ਉਹ ਸਾਡਾ ਹੱਕ ਵਾ ਕਿ ਕਾਨੂੰਨੀ ਤੌਰ ਤੇ ਫਿਰ ਜੇ ਇਹਨਾਂ ਨੇ ਜੋ ਕਤਾਈ ਕੀਤੀ ਆ ਇਹਨਾਂ ਨੂੰ ਸਜ਼ਾ ਮਿਲੇ। ਨਾਨਕਸਰ ਸੰਪਰਦਾ ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤਕਰੀਬਨ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ 'ਚੋਂ ਵੱਧ ਸਤਿਕਾਰ ਕਰਨ ਦਾ ਦਾਅਵਾ ਵਿਖਾਵੇ ਤੌਰ ਤੇ ਅਸੀਂ ਦੇਖਦੇ ਹਾਂ, ਬੜਾ ਮਾਣ ਸਤਿਕਾਰ ਆ, ਵੱਡੇ ਵੱਡੇ ਚੌਰ, ਸੈਂਟ ਦੀਆਂ ਸ਼ੀਸ਼ੀਆਂ, ਫੁੱਲਾਂ ਦੀ ਵਰਖਾ, ਬੜਾ ਮਾਣ ਸਤਿਕਾਰ ਕਰਦੇ ਆ। ਪਰ ਇੱਕ ਪਾਸੇ ਗੱਡੀਆਂ ਦੇ ਵਿੱਚ ਜੁੱਤੀਆਂ, ਸਰ ਕੋਈ ਤੁਸੀਂ ਵੀਡੀਓ ਸਾਨੂੰ ਮਹੀਨਾ ਹੋ ਗਿਆ ਵਿਖਾ ਰਹੇ ਹੋ ਲਗਾਤਾਰ, ਤਾਂ ਵਜ੍ਹਾ ਕੀ ਹੈ ਫਿਰ? ਦੋ ਮੂੰਹਾਂ ਕੰਮ ਕਿਉਂ? ਇਹ ਬਿਰਦਾ ਵਿਖਾਵਾ ਵਾ। ਬਾਬਾ ਆਨੰਦ ਸਿੰਘ ਜੀ ਦਾ ਅਸੀਂ ਵੀ ਦਿਲੋਂ ਸਤਿਕਾਰ ਕਰਦੇ ਹਾਂ, ਉਹ ਮਹਾਂਪੁਰਸ਼ ਸਨ, ਬ੍ਰਹਮ ਗਿਆਨੀ ਸਨ, ਉਹ ਤੇ ਆਪਦੀ ਜਗ੍ਹਾ ਉਹਨਾਂ ਬਣਾਈ ਨਹੀਂ, ਉਹਨਾਂ ਕੋਈ ਰਹਿਸੀ ਕਮਰੇ ਥੋੜ੍ਹੇ ਬਣਾਏ ਸਨ, ਉਹ ਤੇ ਕੁੱਲੀ ਬਣਾਉਂਦੇ ਸਨ, ਕੁੱਲੀ 'ਚ ਬੈਠ ਕੇ ਤੇ ਜਪ ਤਪ ਕਰਦੇ ਸਨ ਤੇ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਸਨ। ਇਹਨਾਂ ਬਾਬੇ ਆਨੰਦ ਸਿੰਘ ਜੀ ਦੇ ਨਾਂ ਨੂੰ ਵੀ ਧੱਬਾ ਲਾ ਦਿੱਤਾ, ਉਹਨਾਂ ਦਾ ਆਲ ਵਰਲਡ ਦੇ ਵਿੱਚ ਸਤਿਕਾਰ ਵਾ, ਉਹਨਾਂ ਦੇ ਨਾਂ ਨੂੰ ਧੱਬਾ ਲਾ ਦਿੱਤਾ। ਇਹ ਵੀਰ ਜੀ ਵਪਾਰ ਕੇਂਦਰ ਬਣਾ ਕੇ ਬੈਠੇ ਹਨ, ਕਿਉਂਕਿ ਜੇ ਇਹ ਵਪਾਰ ਕੇਂਦਰ ਨਾ ਬਣਾਇਆ ਹੁੰਦਾ, ਜੇ ਇਹਨਾਂ ਤੋਂ ਕਿਤੇ ਜਾਣੇ ਅਣਜਾਣੇ 'ਚ ਗਲਤੀ ਹੋਈ ਹੁੰਦੀ ਤੇ ਇਹ ਚੁੱਪ ਕਰਕੇ ਆ ਜਾਂਦੇ। ਇਹ ਇਹਨਾਂ ਦਾ ਧੰਦਾ ਵਾ, ਇਹ ਸੰਗਤ ਦੇ ਸਾਹਮਣੇ ਪੇਸ਼ ਹੋ ਜਾਂਦੇ। ਇਹਨਾਂ ਦੀ ਧੌਣ ਦੇ ਵਿੱਚ ਹਉਮੈ ਦਾ ਕਿੱਲਾ ਗੱਡਿਆ ਹੋਇਆ ਵਾ ਕਿ ਅਸੀਂ ਵੱਡੇ, ਤੁਸੀਂ ਵੇਖੋ ਇਹ ਜਦੋਂ ਗੱਡੀਆਂ 'ਚ ਬਹਿੰਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਇਹਨਾਂ ਐਂ ਰੱਖਤਾ ਇਸ ਤਰ੍ਹਾਂ ਦੇ ਵਿਦਿਆਰਥੀ, ਮੈਂ ਅੱਗੇ ਵੀ ਗੱਲ ਕਹੀ ਆ, ਵਿਦਿਆਰਥੀ ਆਪਦਾ ਕਿਤਾਬਾਂ ਵਾਲਾ, ਸਕੂਲ ਦੀਆਂ ਕਿਤਾਬਾਂ ਵਾਲਾ ਬਸਤਾ, ਜਿਹੜਾ ਉਹਨੂੰ ਬੈਗ ਕਹਿ ਦਿਓ, ਬਸਤਾ ਕਹਿ ਦਿਓ, ਉਹ ਵੀ ਨਹੀਂ ਰੱਖਦਾ, ਉਹ ਵੀ ਬੜੇ ਸਤਿਕਾਰ ਸਹਿਤ ਰੱਖਦਾ, ਚਾਹੇ ਆਪਦੇ ਗੋਡਿਆਂ 'ਤੇ ਰੱਖਦਾ ਵਾ, ਚਾਹੇ ਉਹਨੂੰ ਮਤਲਬ ਜਿਹੜੀ ਬੱਸਾਂ ਦੇ ਵਿੱਚ ਜਾਂ ਕਿਸੇ ਦੇ ਵਿੱਚ ਵੀ ਬਣੇ ਹੁੰਦੇ ਉਹਦੇ ਵਿੱਚ ਰੱਖਦਾ, ਫਿਰ ਉੱਥੇ ਜਾ ਕੇ ਟੇਬਲ 'ਤੇ ਰੱਖਦਾ ਵਾ ਜਿੱਥੇ ਜੋ ਪੜ੍ਹਾਈ ਕਰਨੀ ਹੁੰਦੀ ਆ। ਇਹਨਾਂ ਮਹਾਰਾਜ ਦੇ ਸਰੂਪਾਂ ਨੂੰ ਮਗਰ ਇੱਕ ਲੱਦ ਦਿੱਤਾ ਯਾਰ। ਗੁਰੂ ਸਾਹਿਬ ਦਾ ਸਤਿਕਾਰ ਸੰਗਤਾਂ ਨੂੰ ਜਦੋਂ ਪਤਾ ਲੱਗੇ ਗੁਰੂ ਸਾਹਿਬ ਦੀ ਸਵਾਰੀ ਆ ਰਹੀ ਹੈ, ਸੰਗਤਾਂ ਨਤਮਸਤ ਹੁੰਦੀਆਂ, ਡੰਡੋਤ ਬੰਦਨਾ ਕਰਦੀਆਂ ਹਨ। ਗੁਰੂ ਸਾਹਿਬ ਦਾ ਸਰੂਪ ਸ੍ਰੀ ਦਰਬਾਰ ਸਾਹਿਬ ਜਦੋਂ ਕੋਠਾ ਸਾਹਿਬ ਤੋਂ ਆਉਂਦਾ, ਕਿੰਨੇ ਸਤਿਕਾਰ ਸਹਿਤ ਹੁੰਦਾ। ਜਦੋਂ ਅਸੀਂ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਨੇ ਹੁੰਦੇ ਆ ਜਾਂ ਸਹਿਜ ਪਾਠ ਪ੍ਰਕਾਸ਼ ਕਰਨੇ ਹੁੰਦੇ ਆ, ਅਸੀਂ ਗਲੀਆਂ ਸਾਫ਼ ਕਰਦੇ ਹਾਂ, ਗਲੀਆਂ ਸਾਫ਼ ਕਰਕੇ ਉਦੋਂ ਛਿੜਕਾਅ ਪਾਣੀ ਦਾ ਕਰਦੇ ਹਾਂ, ਫਿਰ ਅਸੀਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਆਉਂਦੇ ਹਾਂ ਤੇ ਬੜੇ ਸਤਿਕਾਰ ਸਹਿਤ ਜਿਹੜਾ ਵੀ ਕੋਈ ਗਲੀ ਦੇ ਵਿੱਚ ਆਉਂਦਾ, ਰਸਤੇ ਦੇ ਵਿੱਚ ਆਉਂਦਾ, ਉਹ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਾ।
ਇਹਨਾਂ ਨੇ ਗੁਰੂ ਸਾਹਿਬ ਦੀਆਂ ਧੱਜੀਆਂ ਮਰਾਦਾਂ ਦੀਆਂ ਡਾ ਦਿੱਤੀਆਂ ਤੇ ਹਜੇ ਇਹ ਫਿਰ ਹਜੇ ਵੀ ਆਂਦੇ ਵੀ ਅਸੀਂ ਮਤਲਬ ਸਾਡੇ ਵਰਗੀ ਕੋਈ ਸੇਵਾ ਨਹੀਂ ਕਰ ਸਕਦਾ। ਇਹਨਾਂ ਦੀ ਪਾਜ ਜਿਹੜਾ ਗੁਰੂ ਸਾਹਿਬ ਨੇ ਖੋਲ ਦਿੱਤਾ ਵਾ, ਸਾਹਮਣੇ ਆ ਗਿਆ ਸਾਰਿਆਂ ਦੇ। ਵੀਡੀਓ ਵਾਇਰਲ ਹੋਈ ਸੀ ਨਾਨਕਸਰ ਦੇ ਵਿੱਚ, ਜਿਹੜਾ ਹੈਗਾ ਵੱਡੇ ਮਹਾਂਪੁਰਸ਼ਾਂ ਦਾ, ਇਹਨਾਂ ਦੇ ਸਤਿਕਾਰਯੋਗ ਨੇ ਜਿਹੜੇ, ਉਹਨਾਂ ਦਾ ਦਿਹਾੜਾ ਮਨਾਇਆ ਗਿਆ ਸੀਗਾ। ਉਸ ਤੋਂ ਬਾਅਦ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨੇ ਨਾਨਕਸਰ ਕਲੇਰਾ ਜਗਰਾਓਂ ਤੋਂ ਲੁਧਿਆਣੇ ਨੂੰ ਲੈ ਕੇ ਜਾਏ ਗਏ। ਅੱਗੇ ਪੁਲਿਸ ਦੀ ਗੱਡੀ ਸੀ, 20 ਤੋਂ ਵੱਧ ਗੱਡੀਆਂ ਸੀ, 2 ਦਰਜਨ ਤਕਰੀਬਨ ਗੱਡੀਆਂ ਸੀਗੀਆਂ ਜਿਨ੍ਹਾਂ ਤੇ ਫੁੱਲ ਲਾਏ ਹੋਏ ਸੀ, ਲੜੀਆਂ ਲਾਈਆਂ ਹੋਈਆਂ ਸੀਗੀਆਂ। ਉਹਨਾਂ ਦੇ ਵਿੱਚ ਜੋੜੇ ਸੀ ਜੁੱਤੀਆਂ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਇੱਕ ਗੱਡੀ ਦੇ ਵਿੱਚ ਕਿਸੇ 'ਚ 2, ਕਿਸੇ 'ਚ 3 ਸਰੂਪ, ਕੋਈ 5 ਸਿੰਘ ਨਹੀਂ ਸੀ, ਕੋਈ ਜਲਦਾ ਛਿੱਟਾ ਨਹੀਂ ਸੀ, ਕੋਈ ਚੌਰ ਸਾਹਿਬ ਕਰਨ ਵਾਲਾ ਨਹੀਂ ਸੀ। ਕਈ ਥਾਂ ਤੇ ਇਕੱਲਾ ਡਰਾਈਵਰ ਸੀ ਮਗਰ ਸਰੂਪ ਰੱਖੇ ਤੇ ਇੱਕ ਹੱਥ ਨਾਲ ਇਦਾਂ ਚੌਰ ਸਾਹਿਬ ਘੁਮਾ ਰਿਹਾ ਸੀਗਾ। ਬੜਾ ਵੱਡਾ ਜਿਹੜਾ ਘਾਣ ਸੀਗਾ। ਉਹ ਸਿੰਘ ਵੀ ਮੌਜੂਦ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਜਿਹੜਾ ਉਜਾਗਰ ਕੀਤਾ ਮੀਡੀਆ ਦੇ ਸਾਹਮਣੇ। ਇਹਨਾਂ ਸਤਿਕਾਰ ਕਮੇਟੀ ਦੇ ਸਿੰਘਾਂ ਰਾਹੀਂ ਸੀ, ਉਹਨਾਂ ਦਾ ਜਿਹੜਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹ ਪ੍ਰਤੱਖਦਰਸ਼ੀ ਨੇ, ਇਹਨਾਂ ਨੇ ਆਪਣੇ ਹੱਥੀ ਜਿਹੜਾ ਹੈਗਾ ਉਹ ਸੇਵਾਵਾਂ ਦੇ ਮੌਕੇ ਤੇ ਇਹ ਸਮੇਂ ਤੇ ਉਸ ਦੇਖਿਆ ਹੈਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਪਰਿਆ ਕੀ ਸੀ ਅਸਲ 'ਚ ਉਸ ਦਿਨ? ਤੁਸੀਂ ਉੱਥੇ ਕਿਸ ਤਰ੍ਹਾਂ ਪਹੁੰਚੇ ਹੋਏ ਸੀ? ਅਸੀਂ ਕਾਫੀ ਟਾਈਮ ਤੋਂ ਇੱਥੇ ਸੇਵਾ ਤੇ ਆਉਂਦੇ ਆ ਜੀ। ਠੀਕ ਹੈ। ਪਾਠੀ ਸਿੰਘਾਂ ਦੇ ਲੰਗਰ ਦੇ ਵਿੱਚ ਲੰਗਰ ਦੀ ਸੇਵਾ ਕਰਨ ਦੇ ਇੱਥੇ ਆਈਦਾ ਹੈ। ਤੇ ਇੱਥੇ ਆਣੀ ਪਿਛਲੀ ਵਾਰ ਵੀ ਇਹ ਘਟਨਾ ਵੇਖੀ ਹੈ ਤੇ ਜੋੜਾ ਪਾ ਕੇ ਗੱਡੀਆਂ ਵੀ ਚਲਾਉਂਦੇ ਆ। ਅੱਛਾ। ਅਸੀਂ ਪਿਛਲੀ ਵਾਰ ਰੋਕਣ ਦਾ ਯਤਨ ਕੀਤਾ ਇਹਨਾਂ ਨੂੰ, ਵੀ ਬੇਨਤੀ ਕੀਤੀ ਇਹਨਾਂ ਅੱਗੇ, ਪਰ ਡਰਾਈਵਰ ਸਿੰਘਾਂ ਨੇ ਸਾਡੀ ਗੱਲ ਨਹੀਂ ਮੰਨੀ। ਉਹ ਕਹਿੰਦੇ ਸਾਨੂੰ ਅਸੀਂ ਪਰਮਿਸ਼ਨ ਲਈ ਆ ਵੀ ਮਹਾਂਪੁਰਖਾਂ ਤੋਂ ਵੀ ਜੁੱਤੀਆਂ ਰੱਖ ਕੇ ਗੱਡੀ ਮਹਾਰਾਜ ਸਰੂਪ ਰੱਖਣ ਦੀ ਪਰਮਿਸ਼ਨ ਲਈ ਹੈ। ਕਹਿੰਦੇ ਜੁੱਤੀ ਪਾ ਕੇ ਅਸੀਂ ਗੱਡੀ ਚਲਾ ਸਕਦੇ ਹਾਂ। ਅੱਛਾ। ਹਾਂਜੀ। ਇਹ ਵੀ ਪਰਮਿਸ਼ਨ ਲਈ ਆ ਵੀ 5 ਸਿੰਘ ਵੀ ਨਾ ਹੋਣ ਗੱਡੀ 'ਚ, ਤੇ ਇਹ ਵੀ ਪਰਮਿਸ਼ਨ ਦਿੱਤੀ ਮਹਾਂਪੁਰਸ਼ਾਂ ਨੇ? ਇਹ ਤੇ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਵੀ 5 ਸਿੰਘ ਚਾਹੀਦੇ ਆ, ਜਾਲਾ ਸਿੰਘ ਚਾਹੀਦਾ, ਚੌਰ ਸਾਹਿਬ ਹੋਣਾ ਚਾਹੀਦਾ। ਚੌਰ ਸਾਹਿਬ ਨਹੀਂ ਹੁੰਦੇ ਨਾਲ ਮਹਾਰਾਜ ਦੇ। ਅੱਛਾ। ਤੇ ਪਿਛਲੀ ਸੀਟ ਤੇ ਮਹਾਰਾਜ ਨੂੰ ਵੀ ਸਵਾਰੀ ਮਹਾਰਾਜ ਦੀ ਬਰਾਜਮਾਨ ਕਰਦੇ ਪਿਛਲੀ ਸੀਟ ਤੇ। ਪਿਛਲੇ ਸਾਲ ਵੀ ਹੋਇਆ ਸਭ ਕੁਝ, ਐਤਕੀ ਫਿਰ ਹੋਇਆ? ਹਾਂਜੀ, ਪਿਛਲੇ ਸਾਲ ਵੀ ਹੋਇਆ ਵਾ। ਤੇ ਅਸੀਂ ਫਿਰ ਵੀ ਸਤਿਕਾਰ ਕਮੇਟੀ ਨਾਲ ਮੁੜ ਕੇ ਅਸੀਂ ਗੱਲ ਕੀਤੀ ਆ ਤੇ ਅਸੀਂ ਸਾਲ ਇੱਕ ਡੀਕਿਆ ਇਸ ਚੀਜ਼ ਨੂੰ। ਸਾਨੂੰ ਪਤਾ ਵੀ ਇਹ ਪਿਛਲੀ ਵਾਰ ਇਹ ਘਟਨਾ ਵਾਪਰੀ ਯਾਰ ਕਿਵੇਂ ਹੋਊਗੀ, ਪਿਛਲੀ ਵਾਰੀ ਇਹਨਾਂ ਸਾਡੀ ਗੱਲ ਨਹੀਂ ਮੰਨੀ। ਪਿਛਲੀ ਵਾਰ ਤੁਸੀਂ ਵੀਡੀਓ ਬਣਾ ਕੇ ਮੀਡੀਆ 'ਚ ਨਹੀਂ ਲਿਆਂਦਾ ਤਾਂ ਤੁਸੀਂ ਚਾਹੁੰਦੇ ਸੀ ਵੀ ਚਲੋ ਸੰਪਰਦਾਇ ਗੁਰੂ ਘਰ ਦੀ ਮਾਨ ਸਤਿਕਾਰ ਆ, ਤਾਂ ਨਹੀਂ ਲਿਆਂਦਾ? ਅਸੀਂ ਇਹੋ ਕਹਿੰਦੇ ਆ ਵੀ ਮਾਨ ਸਤਿਕਾਰ ਹੋਵੇ, ਮਹਾਰਾਜ ਦਾ ਆਪਾਂ ਨੂੰ ਮਤਲਬ ਮਾਨ ਸਤਿਕਾਰ ਹੀ ਹੋਣਾ ਚਾਹੀਦਾ। ਤੇ ਅਸੀਂ ਇਹ ਯਤਨ ਕੀਤਾ ਇਹਨਾਂ ਨੂੰ ਰੋਕਣ ਲਈ। ਅਸੀਂ ਖੁਦ ਆਪਣੇ ਹੱਥਾਂ ਨਾਲ ਜੋੜੇ ਤਾਂ ਇਹਨਾਂ ਦੇ ਗੱਡੀਆਂ 'ਚ ਬਾਹਰ ਕੱਢ ਕੇ ਅਸੀਂ ਸੁੱਟਤੇ ਸੀ। ਤੇ ਇੱਕ ਡਰਾਈਵਰ ਸੀ ਉਹ ਸਾਡੇ ਨਾਲ ਅੱਗੋਂ ਹੱਥੋਂ ਪਾਈ ਹੁੰਦਾ ਹੈ ਤੇ ਉਹਨੇ ਮੁੜ ਕੇ ਜੋੜਾ ਪਾ ਲਿਆ, ਫਿਰ ਗੱਡੀ 'ਚ ਫਿਰ ਡਰਾਈਵ ਕਰਨ ਲੱਗ ਪਿਆ। ਜਿੱਦ ਕਿ ਉਹਨੇ ਬੇਅਦਬੀ ਕੀਤੀ? ਜਿੱਦ ਕਿ? ਹਾਂਜੀ। ਤੇ ਉੱਪਰੋਂ ਕਹਿਣ ਡਿਆ ਵੀ ਸਾਨੂੰ ਇਹ ਪਰਮਿਸ਼ਨ ਮਿਲੀ ਆ ਵੀ ਅਸੀਂ ਜੋੜਾ ਪਾ ਕੇ ਗੱਡੀ ਚਲਾ ਸਕਦੇ ਹਾਂ। ਤੇ ਅਸੀਂ ਉਹ ਕਹਿੰਦਾ ਵੀ ਇਹ ਲਗਜ਼ਰੀ ਗੱਡੀਆਂ ਸਾਡੇ ਤੋਂ ਜੋੜਾ ਪਾਉਣ ਤੋਂ ਬਗੈਰ ਨਹੀਂ ਚੱਲਦੀਆਂ। ਤੇ ਅਸੀਂ ਕਿਹਾ ਤੁਸੀਂ ਗੱਡੀਆਂ ਵੀ ਨਾ ਚਲਾਓ, ਫਿਰ ਅਸੀਂ ਤੁਹਾਨੂੰ ਨੰਗੇ ਪੈਰੀਂ ਗੱਡੀਆਂ ਚਲਾ ਕੇ ਵਿਖਾ ਦਿੰਦੇ। ਗੱਡੀਆਂ ਦੀ ਜ਼ਿੰਮੇਵਾਰੀ ਵੱਡੀ ਹੈ ਕਿ ਮਹਾਰਾਜ ਦਾ ਸਤਿਕਾਰ ਵੱਡਾ? ਉਹ ਤਾਂ ਇਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਮਹਾਰਾਜ ਦਾ ਸਤਿਕਾਰ ਨਹੀਂ ਇਹਨਾਂ ਲਈ ਮੁੱਖ ਹੈਗਾ। ਇੱਕ ਮਿੰਟ ਦੱਸੋ, ਉਸ ਵਕਤ ਕੋਈ ਨਾਨਕਸਰ ਸੰਪਰਦਾ ਤੋਂ ਕੋਈ ਜ਼ਿੰਮੇਵਾਰ ਮੁਖੀ ਜਾਂ ਕੋਈ ਵਿਅਕਤੀ ਸੀ ਉੱਥੇ ਮੌਜੂਦ? ਹਾਂਜੀ, ਉੱਥੇ ਕੁਲਦੀਪ ਸਿੰਘ ਹੀ ਇੱਕ ਸਟੋਰ ਦੇ ਵਿੱਚ ਹੁੰਦਾ। ਅੱਛਾ। ਉਹਨਾਂ ਕੋਲ ਵੀ ਅਸੀਂ ਵੀ ਬੇਨਤੀ ਕੀਤੀ ਆ ਉਹਨਾਂ ਨੇ ਤੇ ਉਹਨਾਂ ਨੂੰ ਸਾਡੇ ਸਿੰਘ ਨਾਲ ਹੀ ਉਹਨਾਂ ਨੇ ਕਿਹਾ ਤੇ ਉਹ ਉਸ ਟਾਈਮ ਤੇ ਮੁੜ ਕੇ ਉਹ ਗੱਡੀਆਂ ਨਿਕਲ ਚੁੱਕੀਆਂ ਹੁਣ ਚਿਰ। ਤੇ ਇੱਕ ਹੋਰ ਜ਼ਿੰਮੇਵਾਰ ਵਿਅਕਤੀ ਮਹਾਂਵੀਰ ਸਿੰਘ ਆ, ਉਹ ਬਾਬਾ ਲੱਖਾ ਸਿੰਘ ਜੀ ਦੇ ਨਾਲ ਹੁੰਦਾ। ਤੇ ਉਹਨਾਂ ਨੂੰ ਆਉਣ ਕੇ ਅਸੀਂ ਇਹ ਬੇਨਤੀ ਕਰਕੇ ਆਏ ਵੀ ਆਹ ਘਟਨਾ ਵਾਪਰੀ ਆ ਵੀ ਇਹ ਗਾਂਹ ਤੋਂ ਨਾ ਹੋਵੇ। ਤੇ ਯਾਰ ਕੀ ਉਹੀ ਘਟਨਾ ਫੇਰ ਦੁਹਰਾਈ ਗਈ ਆ। ਉਹਨਾਂ ਨੇ ਪਿਛਲੀ ਵਾਰ ਕਿਹਾ ਸੀ ਵੀ ਗਾਂਹ ਨੂੰ ਨਹੀਂ ਹੋਊਗੀ, ਗਲਤੀ ਮੰਨੀ ਸੀ? ਹਾਂਜੀ, ਉਹਨਾਂ ਨੇ ਕਿਹਾ ਵੀ ਅਸੀਂ ਮਹਾਂਪੁਰਖਾਂ ਦੇ ਧਿਆਨ 'ਚ ਇਹ ਗੱਲ ਲਿਆ ਦਾਂਗੇ। ਹਾਂਜੀ। ਤੁਹਾਡਾ ਨਾਮ ਕੀ ਹੈ? ਹਰਜੀਤ ਸਿੰਘ ਜੀ, ਗੱਗੋ ਬੂਆ। ਤੁਸੀਂ ਵੀ ਸੀਗੇ ਉੱਥੇ? ਤੁਹਾਡਾ ਨਾਮ ਕੀ? ਮੇਰਾ ਨਾਮ ਭੁਪਿੰਦਰ ਸਿੰਘ ਜੀ। ਭੁਪਿੰਦਰ ਸਿੰਘ ਜੀ, ਤੁਸੀਂ ਅੰਮ੍ਰਿਤ ਛਕਿਆ ਹੋਇਆ? ਹਾਂਜੀ, ਕਿੰਨੇ ਕੁ ਸਮੇਂ ਤੋਂ ਛਕਿਆ ਜੀ? ਮੈਂ ਉਦੋਂ 5th ਕਲਾਸ 'ਚ ਜੀ। ਬਚਪਨ ਤੋਂ ਛਕਿਆ। ਤੁਸੀਂ ਪਹਿਲਾਂ ਵੀ ਕਦੇ ਦੇਖਿਆ ਵੀ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਨੇ ਇਦਾਂ ਗੁਰੂ ਸਾਹਿਬ ਦਾ ਨਰਾਦਰ ਕੀਤਾ ਹੋਵੇ ਜ਼ਿੰਦਗੀ 'ਚ? ਹਾਂਜੀ, ਬਾਬਾ ਜੀ ਦੇ ਨਾਲ ਪਹਿਲਾਂ ਮੈਂ ਜਾਂਦਾ ਰਿਹਾ ਜੀ। ਅੱਛਾ। ਮੁੜਿਆ 2-3 ਸਾਲ ਹੋ ਗਏ ਆ, ਮੈਂ ਮੁੜ ਕੇ ਇੱਧਰ ਸੇਵਾ ਆਉਂਦੇ ਰਹੇ ਜੀ। ਸ਼ੁਰੂ ਤੋਂ ਹੀ ਆਉਂਦੇ ਸੇਵਾ ਤਾਂ ਹੀ। ਕਦੇ ਮੈਂ ਕਿਹਾ ਹੋਰ ਸੰਸਥਾ 'ਚ ਵੀ ਇਦਾਂ ਨਰਾਦਰ ਹੁੰਦਾ ਵੇਖਿਆ ਤੁਸੀਂ? ਨਹੀਂ, ਹੋਰ ਨਹੀਂ। ਇੱਥੇ ਅਸੀਂ ਸੇਵਾ ਕਰਨ ਆਉਂਦੇ ਆ ਤੇ ਇੱਥੇ ਤਾਂ ਅਸੀਂ ਆਪਣੇ ਅੱਖੀ ਵੇਖਿਆ ਜੀ। ਆਪਾਂ ਜਿੱਦਾਂ ਨਾਨਕਸਰ ਸੰਪਰਦਾ ਦਾ ਬੜਾ ਨਾਮ ਹੈ ਕਿਉਂਕਿ ਮਹਾਂਪੁਰਸ਼ ਬੜੇ ਸੱਚੇ ਪਾਤਸ਼ਾਹ ਦਾ ਸਤਿਕਾਰ ਬਹੁਤ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਬਾਬਾ ਈਸ਼ਰ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਬੜਾ ਕਰਦੇ ਰਹੇ ਆ। ਫਿਰ ਇਹ ਹੁਣ ਵਾਲੇ ਜਿਹੜੇ ਉੱਥੇ ਮੁਖੀ ਨੇ ਇਹ ਸਤਿਕਾਰ ਕਿਉਂ ਨਹੀਂ ਕਰਦੇ ਮਹਾਰਾਜ ਦਾ? ਇਹ ਜੀ ਜ਼ਿਆਦਾ ਇਹਨਾਂ ਨੂੰ ਪੈਸਾ ਮੁੱਖ ਹੋ ਗਿਆ ਵਾ। ਤੇ ਇੱਕ ਸਾਡੇ ਵਰਗੇ ਵੀ ਸਿੰਘ ਜਿਹੜੇ ਜਾਂਦੇ ਆ ਬਸ ਸਿੱਧਾ ਹੀ ਮੂੰਹ ਚੁੱਕ ਕੇ ਬਾਬਿਆਂ ਕੋਲ ਹੀ ਜਾ ਵੜਦੇ ਆ, ਸਿੱਧਾ ਜਾਣ ਗੁਰੂ ਘਰ। ਐਸਾ ਤੇ ਉਹ ਕਹਿੰਦੇ ਸੀ ਮੱਥਾ ਨਹੀਂ ਟਿਕਾਉਂਦੇ, ਮਿਸ਼ਰੀ ਟਿਕਾਉਣੇ ਅਸੀਂ। ਉਹ ਫਿਰ ਗੁਪਤ ਦਾਨ ਆ ਜਾਂਦਾ ਹੋਊਗਾ ਜੀ। ਅੱਛਾ। ਮੰਨ ਲਓ ਵੀ ਜੇ ਉੱਥੇ ਮਿਸ਼ਰੀ ਬਾਹਰ ਉਹਨਾਂ ਦੇ ਏਜੰਟ ਵੇਚਣ ਦਾ ਹੋਣਗੇ ਤੇ ਇਹੋ ਚੱਕਰ ਹੈ ਜੀ। ਮੰਨ ਲਓ ਵੀ ਬਾਬੇ ਜੀ ਸਰਵਿਸ ਆਪ ਹੀ ਉਹ ਕਰਾਉਂਦਾ ਆ। ਉਹ ਜਿਸ ਤਰ੍ਹਾਂ ਮੰਨ ਲਓ ਮਹਾਰਾਜ ਲੈ ਕੇ ਗਏ ਆ ਪਾਠੀਆਂ ਵਾਲੇ ਲੰਗਰ 'ਚ ਲੈ ਕੇ ਆਉਂਦੇ ਆ ਗੱਡੀਆਂ, ਉੱਥੋਂ ਮੁੜ ਕੇ ਮਹਾਰਾਜ ਲੈ ਕੇ ਆਉਂਦੇ ਆ। ਨਾ ਜਲ ਹੁੰਦਾ ਵਾ, ਬਸ ਇਸ ਤਰ੍ਹਾਂ ਗੁਰੂ ਸਾਹਿਬ ਲੈਣ 'ਚ ਆਉਂਦੇ ਆ
ਜਦੋਂ ਰੱਖਣਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੀ ਗੱਡੀ 'ਚ ਰੱਖਣਾ, ਕਿੱਦਾਂ ਰੱਖਣਾ, ਕੀ ਕੋਈ ਚੱਕਰ ਹੀ ਨਹੀਂ ਉਹਨਾਂ ਨੂੰ। ਤੇ ਜੇ ਅਸੀਂ ਉਹਨਾਂ ਨੂੰ ਪਿਛਲੀ ਵਾਰੀ ਰੋਕਣ ਦਾ ਯਤਨ ਕੀਤਾ ਤੇ ਉਹਨਾਂ ਨੇ ਸਾਡੇ ਗਲ ਪੈਣ ਤੱਕ ਗਏ ਜੀ। ਇੱਕ ਮੈਨੂੰ ਦੱਸੋ, ਜਿੱਦਾਂ ਅਸੀਂ ਜਦੋਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਜੀਵਨ ਸੁਣਦੇ ਆ ਜਾਂ ਪੜ੍ਹਦੇ ਆ, ਉਹ ਕਹਿੰਦੇ ਵੀ ਉਹ ਸੱਚੇ ਪਾਤਸ਼ਾਹ ਦਾ ਮਤਲਬ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ, ਇੰਨਾ ਸਤਿਕਾਰ ਮਹਾਰਾਜ ਨੂੰ ਪਿਆਰ ਕਰਦੇ ਸੀ। ਤਾਂ ਹੁਣ ਇਸ ਡੇਰੇ ਦੇ ਵਿੱਚ ਜਿਹੜੀ ਠਾਠ ਹੈ, ਕਿਉਂਕਿ ਨਿਸ਼ਾਨ ਸਾਹਿਬ ਹੈ ਨਹੀਂ, ਅੰਮ੍ਰਿਤ ਜ਼ਰੂਰੀ ਨਹੀਂਗਾ, ਹੈ ਨਾ, ਤੇ ਇੱਥੇ ਗੁਰੂ ਸਾਹਿਬ ਦੀ ਮਹੱਤਤਾ, ਗੁਰੂ ਸਾਹਿਬ ਦਾ ਸਤਿਕਾਰ ਵਧਿਆ, ਜਿਹੜੇ ਮੁਖੀ 4-5 ਵੱਖਰੇ ਵੱਖਰੇ ਇਹਨਾਂ ਨੇ ਡੇਰੇ ਬਣਾਏ ਉਹਨਾਂ ਦੀ ਵਧਿਆ। ਗੁਰੂ ਦਾ ਸਤਿਕਾਰ ਜਿਹੜਾ ਕੈਮਰੇ 'ਚ ਹੀ ਵਿਖਾਉਂਦੇ ਆ ਜੀ। ਅੱਛਾ, ਮੰਨ ਲਓ ਵੀ ਜਿਸ ਤਰ੍ਹਾਂ ਮੰਨ ਲਓ ਕੈਮਰੇ 'ਚ ਆਪਾਂ ਨੂੰ ਵਿਖਾ ਦਿੰਦੇ ਆ ਵੀ ਆ ਸਤਿਕਾਰ ਹੋਣ ਡਿਆ, ਆਪਾਂ ਅੱਖੀ ਵੇਖਾਂਗੇ ਪਤਾ ਫਿਰ ਲੱਗਣਾ ਜੀ। ਜਿਸ ਤਰ੍ਹਾਂ ਅਸੀਂ ਹੁਣ ਮੰਨ ਲਓ ਪਿਛਲੇ ਸੀਜ਼ਨ ਵੇਖਿਆ, ਪਿਛਲੇ ਸਾਲ ਵੇਖਿਆ, ਠੀਕ ਹੈ ਜੀ, ਸਾਨੂੰ ਪਤਾ ਲੱਗਾ ਉਹ ਸਾਡੀ ਨਹੀਂ ਮੰਨੀ ਗੱਲ ਉਹਨਾਂ, ਤੇ ਮੁੜ ਕੇ ਫਿਰ ਅਸੀਂ ਐਰਕੀ ਫਿਰ ਉਹ ਕੰਮ ਫਿਰ ਹੋਇਆ ਜੀ। ਹਾਂਜੀ, ਉੱਥੇ ਸਤਿਕਾਰ ਜਿਹੜਾ ਹੈਗਾ ਉਹ ਨਹੀਂ ਕੀਤਾ ਜਾਂਦਾ। ਅਸੀਂ ਪਹਿਲਾਂ ਵੀ ਇੱਕ ਵਾਰ ਕਵਰੇਜ ਕੀਤੀ ਸੀ, ਅਸੀਂ ਨਹੀਂ ਚਾਹੁੰਦੇ ਹੁੰਦੇ, ਕਿਉਂਕਿ ਸਿੱਖਾਂ ਦੇ ਬੜੇ ਸੰਵੇਦਨਸ਼ੀਲ ਮਸਲੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ, ਇੱਕ ਪਾਸੇ ਸਤਿਕਾਰ ਕਮੇਟੀ ਆ ਵੀ ਗੁਰੂ ਘਰ ਦਾ ਸਤਿਕਾਰ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਾਣੇ ਮਰਿਆਦਾ ਦਾ ਪ੍ਰਚਾਰ ਕਰਦੇ ਆ। ਨਾਨਕਸਰ ਸੰਪਰਦਾ ਜਿਹੜੀ ਆ ਉਹ ਵੀ ਨਿਰੋਲ ਸਿੱਖਾਂ ਦੀ ਸੰਸਥਾ ਹੈ, ਪਰ ਅੱਜ ਕੱਲ੍ਹ ਜਿਹੜਾ ਉੱਥੇ ਹੋ ਰਿਹਾ ਹੈਗਾ ਉਹਨੂੰ ਦੇਖ ਕੇ ਮੇਰੇ ਖਿਆਲ ਜੇ ਅੱਜ ਕਿਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਾਂ ਹੋਰ ਜਿਹੜੇ ਮੁਖੀ ਉਦੋਂ ਦੇ ਮਹਾਂਪੁਰਸ਼ ਹੁੰਦੇ, ਤੇ ਉਹ ਵੀ ਜਿਹੜਾ ਮੇਰੇ ਖਿਆਲ 'ਚੋਂ ਭਰੇ ਮਨ ਨਾਲ ਕਹਿੰਦੇ ਵੀ ਇਹ ਕੈਸਾ ਮੇਰੇ ਜਿਹੜਾ ਸਥਾਨ ਦੇ ਉੱਤੇ ਕੁਝ ਚੱਲ ਰਿਹਾ ਹੈਗਾ। ਕੁਲਦੀਪ ਸਿੰਘ ਜੀ, ਤੁਸੀਂ ਉਦੋਂ ਵੀ ਮੌਜੂਦ ਸੀ, ਆਪਾਂ ਸ਼ਹੀਦਾਂ ਦੇ ਪਿੰਡ ਕੌਂਕੇ ਸੀਗੇ, ਉਦੋਂ ਲੱਗ ਰਿਹਾ ਸੀ ਜਿਹੜੇ 10-12 ਸਿੰਘ ਆਏ ਸੀ ਡੇਰੇ ਵੱਲੋਂ, ਉਹ ਸਾਰੇ ਬੜੀ ਨਿਮਰਤਾ ਨਾਲ ਕਹਿ ਰਹੇ ਸੀ ਵੀ ਸਾਡੇ ਤੋਂ ਗਲਤੀ ਹੋਈ ਆ, ਔਰ ਬਹੁਤ ਤਕਰੀਬਨ ਸਾਰੇ ਅੰਮ੍ਰਿਤਧਾਰੀ ਸੀਗੀ। ਮੈਨੂੰ ਲੱਗਦਾ ਸੀ ਚਲੋ ਸਾਨੂੰ ਦੂਰੀ ਮੀਡੀਆ 'ਚ ਜਿਹੜੀ ਆ ਇਹ ਮੰਦਭਾਗੀ ਜੀ ਖਬਰ ਨਾ ਕਰਨੀ ਪਊਗੀ, ਪਰ ਫਿਰ ਸਾਨੂੰ ਕਰਨੀ ਪਈ ਆ। ਵਜ੍ਹਾ ਕੀ ਆ? ਉਹ ਸੰਗਤ 'ਚ ਆ ਕੇ ਜਿਹੜੇ ਮੁਖੀ ਆ ਉਹ 5 ਪਿਆਰੇ ਸਾਹਿਬਾਨ ਅੱਗੇ ਪੇਸ਼ ਹੋਣ ਲਈ ਰਾਜੀ ਕਿਉਂ ਨਹੀਂ? ਇਹਦਾ ਵੀਰ ਜੀ ਕਾਰਨ ਇਹੀ ਆ ਕਿ ਜਿਹੜੀ ਉਦੋਂ ਵਿਚਾਰ ਵਟਾਂਦਰਾ ਹੋਇਆ, ਜਿਹੜੇ ਮੁਖੀ ਜਿਹੜੇ ਉਹਨਾਂ ਨੇ ਜ਼ਿੰਮੇਵਾਰ ਭੇਜੇ ਉਹ ਆਪਣੀ ਗਲਤੀ ਸਵੀਕਾਰ ਕਰਦੇ ਆ, ਪਰ ਜਿਹੜਾ ਡਾਕਟਰ ਨਾਂ ਦਾ ਬੰਦਾ ਸੀ ਉਹ ਉਸ ਗੱਲ ਨੂੰ ਆਪਣੀ ਨੂੰ ਫੇਰ ਗੋਲ ਕਰਨਾ ਚਾਹੁੰਦਾ ਸੀ ਵੀ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ। ਫਿਰ ਉਹਦੀਆਂ ਵੀਡੀਓ ਦੇ ਆਧਾਰ ਤੇ ਮੈਂ ਉਹਨੂੰ ਉੱਠ ਕੇ ਇਸ ਗੱਲ ਤੇ ਸ਼ਰਮਿੰਦਾ ਵੀ ਕੀਤਾ। ਪਰ ਜਿਹੜੀ ਵਜ੍ਹਾ ਬਣਦੀ ਆ ਜਿਹੜੇ ਮੁਖੀ ਸਿੰਘਾਂ ਦਾ ਸੰਗਤ ਦੇ ਸਾਹਮਣੇ ਨਾ ਆਉਣਾ ਜਾਂ ਆਪਣੀਆਂ ਸਟੇਜਾਂ ਤੋਂ ਹੁਣ ਸਤਿਕਾਰ ਕਮੇਟੀ ਦੇ ਵਿਰੋਧ ਵਿੱਚ ਬੋਲਣਾ, ਜੇ ਤਾਂ ਅਸੀਂ ਗੁਰੂ ਸਾਹਿਬ ਦੇ ਅਦਬ ਸਤਿਕਾਰ ਲਈ ਮਸਲਾ ਸਿੱਖ ਸੰਗਤਾਂ ਦੇ ਸਾਹਮਣੇ ਲੈ ਕੇ ਸੰਗਤਾਂ ਜਾਣਦੀਆਂ ਨੇ ਵੀ ਕੌਣ ਗੁਰੂ ਦੇ ਸਤਿਕਾਰ ਲਈ ਇੱਥੋਂ ਤੱਕ ਪਹੁੰਚ ਕਰਕੇ ਨਾਨਕਸਰ ਜਗਰਾਉਂ ਤੱਕ ਸਿੰਘਾਂ ਦਾ ਮਾਝੇ ਦੇ ਵਿੱਚ ਚੱਲ ਕੇ ਆਉਣਾ, ਇੱਥੋਂ ਦੇ ਸਿੰਘਾਂ ਨਾਲ ਸੰਪਰਕ ਕਰਨਾ ਜਾਂ ਇਹਨਾਂ ਨੌਜਵਾਨਾਂ ਦੇ ਨਾਲ ਪਹਿਲਾਂ ਤਾਲਮੇਲ ਕਰਨਾ, ਇਹ ਗੁਰੂ ਸਾਹਿਬਾਨ ਨੇ ਇੱਕ ਕਿਰਤੀ ਸਿੱਖਾਂ ਨੂੰ ਜਿਹੜੀ ਸੇਵਾਵਾਂ ਦਿੱਤੀਆਂ ਨੇ ਉਹਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਸਾਰੇ ਸਿੰਘ ਬੜੇ ਤਰੀਕੇ ਨਾਲ ਜਾਂ ਉਹ ਜਿੰਨੀ ਕੁ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉਹ ਤਰੀਕੇ ਨਾਲ ਨਿਭਾ ਰਹੇ ਨੇ। ਪਰ ਇਹ ਗੱਲ ਸ਼ੋਭਾ ਨਹੀਂ ਦਿੰਦੀ। ਅੱਜ ਸਿਰਫ ਜਿਹੜਾ ਮਸਲਾ ਇਹ ਬਣ ਰਿਹਾ ਕਿ ਸੰਤਾਂ ਮਹਾਂਪੁਰਖਾਂ ਦੇ ਵਿੱਚ ਜਿਹੜੀ ਨਿਰਮਤਾ ਦੀ ਘਾਟ ਹੋਣਾ, ਜੇ ਤੇ ਉਹ ਆਪ ਗੁਰੂ ਨੂੰ ਤੇ ਗੁਰੂ ਪੰਥ ਨੂੰ ਆਪਣੇ ਤੋਂ ਉੱਚਾ ਵੱਡਾ ਸਮਝਣ ਤੇ ਗੁਰੂ ਦੇ ਸੰਗਤ ਦੇ ਵਿੱਚ ਪੇਸ਼ ਹੋਣ ਦੇ ਵਿੱਚ ਕੋਈ ਕਤਾਈ ਨਹੀਂ, ਪਰ ਉਹਨਾਂ ਦੀ ਈਗੋ ਹੰਕਾਰ ਜਿਹੜਾ ਵਾ ਉਹ ਸਾਨੂੰ ਮਜਬੂਰਨ ਅੱਜ ਜਿਹੜਾ ਵਾ ਥਾਣੇ ਦੇ ਬੂਹੇ ਗੜੀ ਲੈ ਕੇ ਆਇਆ। ਵੈਸੇ ਅਸੀਂ ਵੀ ਚਾਹੁੰਦੇ ਸੀ ਕਿ ਇੱਕ ਸੰਪਰਦਾ ਦਾ ਇੱਕ ਸਾਡੀ ਆਪਣੀ ਜਥੇਬੰਦੀ ਸਾਡੀ ਧਿਰ ਦਾ ਮਸਲਾ ਤੇ ਅਸੀਂ ਉਹਨੂੰ ਬੈਠ ਕੇ ਬੜੇ ਪਿਆਰ ਸਤਿਕਾਰ ਗੁਰੂ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਨਿਬੇੜੀਏ, ਕਿਉਂਕਿ ਮਸਲਾ ਤਾਂ ਇਹੀ ਹੈ ਨਾ ਵੀ ਗੁਰੂ ਸਾਹਿਬ ਦਾ ਸਤਿਕਾਰ ਜਿਹੜਾ ਬਹਾਲ ਕਰਾਇਆ ਜਾਵੇ, ਜਿਹੜੀ ਆਉਣ ਵਾਲੇ ਸਮੇਂ ਦੇ ਅੱਗੇ ਤੋਂ ਕਤਾਈ ਨਾ ਹੋਵੇ ਤੇ ਉਹ ਸਿੱਖ ਸੰਗਤ ਤੱਕ ਇਹ ਸੰਦੇਸ਼ ਪਹੁੰਚੇ ਕਿ ਜਿਹੜੇ ਮੁਖੀ ਸਿੰਘ ਨੇ ਉਹ ਗਲਤੀ ਨੂੰ ਸਵੀਕਾਰ ਕਰਦੇ ਨੇ, ਸੰਗਤ ਦੀ ਕਚਹਿਰੀ ਦੇ ਵਿੱਚ ਖਲੋ ਗਏ, ਪਰ ਉਹ ਚਾਹੁੰਦੇ ਨੇ ਕਿ ਅਸੀਂ ਬੰਦ ਕਮਰਿਆਂ ਦੇ ਵਿੱਚ ਆ ਕੇ ਬਹਿ ਕੇ ਸ਼ਿਮਾ ਜਾਚਨਾ ਕਰ ਲਈਏ, ਜਿਵੇਂ ਅੱਗੇ ਉਹਨਾਂ ਨੇ ਮੀਡੀਆ ਦੇ ਥਰੂ ਕੀਤੀਆਂ ਵੇ ਜਾਂ ਆਪਣੇ ਤੌਰ ਤੇ ਆਪੇ ਪਛਤਾਵਾ ਕਰ ਲਿਆ। ਉਹ ਨਹੀਂ ਚਾਹੁੰਦੇ ਕਿ ਅਸੀਂ ਸੰਗਤ ਗੁਰੂ ਕੀ ਸੰਗਤ ਦੇ ਸਨਮੁਖ ਪੇਸ਼ ਹੋਈਏ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਿਨ੍ਹਾਂ ਨੇ ਕਤਾਈ ਕੀਤੀ ਹੈ ਉੱਥੇ ਜਾ ਕੇ ਪੇਸ਼ ਹੋਣਗੇ, ਆਪਣੀ ਗਲਤੀ ਨੂੰ ਸਵੀਕਾਰ ਕਰਨ। ਉਲਟਾ ਕਿ ਉਹ ਆਪ ਆਪਣੇ ਵਿਦੇਸ਼ੀ ਬੈਠੇ ਕਰਿੰਦਿਆਂ ਦੇ ਕੋਲ ਜਥੇਬੰਦੀ ਜਾਂ ਗੁਰਸਿੱਖਾਂ ਨੂੰ ਬਦਨਾਮ ਕਰਨ ਲਈ ਦੂਸ਼ਣਬਾਜ਼ੀ ਕਰ ਰਹੇ ਨੇ, ਜਿਹੜੀ ਕਿ ਬਿਲਕੁਲ ਗਲਤ ਤੇ ਘਟੀਆ ਕਿਸਮ ਦੀ, ਕਿਉਂਕਿ ਜਿੰਨੇ ਵੀ ਸਾਰੇ ਸਿੰਘ ਨੇ ਉਹ ਕੁਰਬਾਨੀ ਵਾਲੇ ਨੇ, ਜਿੰਨਾ ਗੁਰੂ ਸਾਹਿਬਾਨ ਨੇ ਸੇਵਾਵਾਂ ਲਈਆਂ ਨੇ, ਜਿਵੇਂ ਭਾਈ ਤਰਲੋਚਨ ਸਿੰਘ ਆ, ਉਹਨਾਂ ਨੇ ਵੀ ਜਦੋਂ ਜੋਧਪੁਰ ਦੇ ਵਿੱਚ ਨੂਰ ਮਹਿਲਾ ਦੇ ਨਾਲ ਗੋਲੀकांड ਵਾਪਰਦਾ ਉਦੋਂ ਵੀ ਉਹ ਮੂਹਰੇ ਹੋ ਕੇ ਨਾਲ ਖੜੇ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਸੀਗਾ ਨਾ ਹੋਰ ਨਾ ਥਾਵਾਂ ਤੇ ਜਿੱਥੇ ਜਿਨ੍ਹਾਂ ਨੇ ਗੁਰੂ ਤੇ ਤਰਕ ਕੀਤਾ ਜਾਏ ਉਹ ਉਹਨਾਂ ਦਾ ਮਿਸ਼ਨਰੀ ਪ੍ਰਚਾਰਕ ਕਹਿ ਲਓ। ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ, ਜਿਹੜੇ ਗੁਰੂ ਦੀ ਸੰਤਾਤ ਲਈ ਪਹਿਰਾ ਦੇਣ ਵਾਲੇ ਮਿਸ਼ਨਰੀ ਭਰਾ ਵਾ ਵਧੀਆ ਤੇ ਸਤਿਕਾਰਯੋਗ ਆ, ਪਰ ਜਿਨ੍ਹਾਂ ਨੇ ਤਰਕ ਕੀਤਾ ਚਾਹੇ ਰਣਜੀਤ ਸਿੰਘ ਢੰਡਰੀਆਂ ਵਾਲੇ ਸਮੇਂ ਤੇ ਉਹਨਾਂ ਦਾ ਡਟਵਾਂ ਵਿਰੋਧ ਕੀਤਾ ਗਰਾਊਂਡ ਲੈਵਲ ਤੇ, ਇਹ ਨਹੀਂ ਕਿ ਫੇਸਬੁੱਕ ਤੇ ਕਿਸੇ ਨੂੰ ਪਾ ਕੇ ਵਿਖਾਇਆ ਵੀ ਅਸੀਂ ਵਿਰੋਧ ਕੀਤਾ ਤੇ ਗਰਾਊਂਡ ਲੈਵਲ ਤੇ ਕੀਤਾ। ਜਦੋਂ ਜੋਧਪੁਰ ਗੋਲੀकांड ਵਾਪਰਦਾ ਉਦੋਂ ਜਿਹੜੇ ਸਿੰਘ ਆ ਕਾਫੀ ਸਿੰਘਾਂ ਦੇ ਗੋਲੀਆਂ ਲੱਗਦੀਆਂ ਕਿ ਭਾਈ ਤਰਲੋਚਨ ਸਿੰਘ ਇੰਨਾ ਜ਼ਿਆਦਾ ਜ਼ਖਮੀ ਸੀ ਕਿ ਉਹਨਾਂ ਨੂੰ ਮਤਲਬ ਕਹਿ ਲਓ ਕਿ ਆਸ ਜਿਹੜੀ ਲੱਥ ਚੁੱਕੀ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਮੈਂ ਕਹਿ ਲਓ ਕਿ ਦੂਜਾ ਜੀਵਨ ਦੇਣ ਵਾਲੀ ਗੱਲ ਕੀਤੀ। ਪਰ ਹੁਣ ਜਿਹੜੇ ਸੰਪਰਦਾ ਦੇ ਮੁਖੀ ਨੇ ਉਹਨਾਂ ਨੂੰ ਆਪਣੀ ਗਲਤੀ ਸਵੀਕਾਰ ਕਰਨੀ ਚਾਹੀਦੀ ਬਿਨਾਂ ਦੁਸ਼ਮਣਬਾਜ਼ੀ ਕਰਨ ਤੋਂ। ਜਿਹੜੀ ਨਰਾਦਰੀ ਉਹਨਾਂ ਨੇ ਕੀਤੀ ਆ
ਉਹਨੂੰ ਬਿਨਾਂ ਦੇਰੀ ਤੋਂ ਪਛਤਾਪ ਕਰਨਾ ਚਾਹੀਦਾ। ਸੰਗਤ ਦੀ ਕਚਹਿਰੀ ਦੇ ਵਿੱਚ ਖੜ ਕੇ ਮੀਡੀਆ ਦੇ ਵਿੱਚ ਆ ਕੇ ਸਿੱਖ ਸੰਗਤਾਂ ਦੇ ਕੋਲ ਮਾਫੀ ਮੰਗੀ ਜਾਵੇ ਤੇ ਮਸਲਾ ਜਿਹੜਾ ਇਹਨੂੰ ਸਮੇਟਿਆ ਜਾ ਸਕਦਾ ਹੈ। ਨਹੀਂ ਤੇ ਮਜਬੂਰਨ ਅਗਲਾ ਜਿਹੜਾ ਸਿੱਖ ਸੰਘਰਸ਼ ਜਿਹੜਾ ਵਾ ਸੰਗਤਾਂ ਦੇ ਨਾਲ ਵਿਚਾਰ ਕਰਕੇ ਸੰਘਰਸ਼ ਲਿਖਿਆ ਜਾਊਗਾ ਤੇ ਜਿਹੜਾ ਸਿੱਖ ਸੰਗਤਾਂ ਦੇ ਮਸਲੇ ਦੇ ਜਿਹੜੇ ਗੁਰੂ ਸਾਹਿਬ ਦੇ ਸਤਿਕਾਰ ਪ੍ਰਤੀ ਇਹਨਾਂ ਕਤਾਈ ਕੀਤੀ ਉਹਨੂੰ ਵੱਡੇ ਪੱਧਰ ਤੇ ਸਿੱਖ ਸੰਗਤ ਦੇ ਸਾਹਮਣੇ ਲਿਆਂਦਾ ਜਾਵੇਗਾ। ਬਿਲਕੁਲ, ਤਾਂ ਅਸੀਂ ਇਸ ਵਕਤ ਜਗਰਾਉਂ ਦਾ ਜਿਹੜਾ ਕਿ ਕਪਤਾਨ ਪੁਲਿਸ ਡਿਵੀਜ਼ਨ ਦਾ ਥਾਣਾ ਹੈਗਾ ਉਹਦੇ ਬਾਹਰ ਮੌਜੂਦ ਆ। ਪੁਲਿਸ ਪ੍ਰਸ਼ਾਸਨ ਨੂੰ ਵੀ ਸਿੰਘ ਮਿਲੇ ਆ, ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ ਨਾਨਕਸਰ ਸੰਪਰਦਾ ਦੇ ਜਿਹੜੇ ਮੌਜੂਦਾ ਮੁਖੀ ਸਾਹਿਬਾਨ ਨੇ ਬਾਬਾ ਕਾਲਾ ਜੀ, ਬਾਬਾ ਲੱਖਾ ਜੀ ਜਾਂ ਹੋਰ ਉਹ ਕੀ ਇਹਨਾਂ ਸਿੱਖ ਸੰਸਥਾਵਾਂ ਦੀ ਜਿਹੜੀ ਉਹ ਬੇਨਤੀ ਹੈਗੀ ਹੈ ਜਾਂ ਜਿਹੜੀ ਇਹਨਾਂ ਦੀ ਅਪੀਲ ਆ ਉਹਨੂੰ ਸੁਣਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ, ਕਿਉਂਕਿ ਸਭ ਤੋਂ ਉੱਤਮ ਸਿੱਖਾਂ ਦੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਆ। ਇਹ ਥਾਣੇ, ਇਹ ਅਦਾਲਤਾਂ, ਇਹ ਜੇਲ੍ਹਾਂ ਕਚਹਿਰੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੁਝ ਵੀ ਨਹੀਂਗੇ। ਪਰ ਜੇ ਗੁਰੂ ਦੀ ਕਚਹਿਰੀ ਦੇ ਵਿੱਚ ਗੱਲ ਨਿਬੜ ਜਾਵੇ ਤੇ ਥਾਣੇ ਅੱਗੇ ਸਿੱਖਾਂ ਨੂੰ ਕੀ ਲੋੜ ਆ ਵੀ ਮੈਂ ਇਹਨਾਂ ਤੇ ਪਰਚਾ ਦਰਜ ਕਰੋ, ਉਹਨੂੰ ਫੜੋ, ਇਹਨੂੰ ਫੜੋ। ਕੀ ਉਹ ਸਿੱਖ ਸੰਸਥਾ ਨਾਨਕਸਰ ਦੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਉੱਤਮ ਮੰਨਦੀ ਹੈ? ਉੱਥੇ ਜਾ ਕੇ ਇਸ ਝਗੜੇ ਦਾ ਨਿਪਟਾਰਾ ਗੁਰਮਰਿਆਦਾ ਅਨੁਸਾਰ, ਗੁਰਮਤਾ ਸਿੱਖਾਂ ਦਾ ਸਭ ਤੋਂ ਵੱਡਾ ਸਿਧਾਂਤ ਆ, ਬਜਾਏ ਕਿ ਥਾਣਿਆਂ ਦੇ ਵਿੱਚ ਕੁਝ ਅਫਸਰਾਂ ਨੂੰ ਕਹਿਣਾ ਪਵੇ ਜੀ ਸਾਡੀ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰੋ। ਸਿੱਖਾਂ ਦੀ ਬੇਨਤੀ ਜਿਹੜੀ ਆ ਉਹ ਤਖਤ ਸਾਹਿਬਾਨ ਤੇ ਗੁਰੂ ਪਰਮਾਤਮਾ ਦੇ ਦਰ ਤੇ ਹੁੰਦੀ ਆ। ਆਉਣ ਵਾਲਾ ਸਮਾਂ ਦੱਸੇਗਾ ਵੀ ਕੀ ਸਿੱਖ ਸੰਸਥਾਵਾਂ ਇਹਨੂੰ ਬੜੀ ਨਿਮਰਤਾ ਤੇ ਸੂਝਵਾਨਤਾ ਦੇ ਤਰੀਕੇ ਦੇ ਨਾਲ ਨਿਪਟਾਉਂਦੀਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਡੇਰੇ ਦੇ ਬਾਹਰ ਧਰਨੇ, ਥਾਣੇ ਦੇ ਬਾਹਰ ਧਰਨੇ, ਇੱਕ ਦੂਜੇ ਤੇ ਦੂਸ਼ਣਬਾਜ਼ੀ, ਕੁਝ ਇਸ ਤਰ੍ਹਾਂ ਹੀ ਜਿਹੜਾ ਮਾਹੌਲ ਬਣਦਾ ਨਜ਼ਰ ਆਏਗਾ ਜਾਂ ਸੋਹਣੇ ਤੇ ਸੁਚੱਜੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕਿਉਂਕਿ ਵਾਦ ਵਿਵਾਦ ਕਿਤੇ ਹੋ ਜਾਂਦਾ, ਜਾਣੇ ਜਾਂ ਅਣਜਾਣੇ ਦੇ ਵਿੱਚ ਮਨੁੱਖੀ ਸਰੀਰ ਤੋਂ ਗਲਤੀਆਂ ਹੋ ਜਾਂਦੀਆਂ ਨੇ। ਪਰ ਗੁਰਬਾਣੀ ਦਾ ਫਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ। ਕੀ ਇਹ ਰਲ ਮਿਲ ਕੇ ਦੁਬਦਾ ਦਾ ਹੱਲ ਕੱਢ ਲਿਆ ਜਾਏਗਾ ਜਾਂ ਨਹੀਂ, ਆਉਣ ਵਾਲਾ ਸਮਾਂ ਦੱਸੇਗਾ। ਦੇਖਦੇ ਰਹੋ ਪੰਜਾਬ ਕੀ ਟੀਵੀ। ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ, ਧੰਨਵਾਦ।